हाँ जी। सो अज आप मोस्टली मल्टीपल करने अपने को पैसा हैटिक सर्वाइवर्स ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਟਾਰਟਿੰਗ ਤੋਂ ਮਲਟੀਪਲ ਹੀ ਸ਼ੁਰੂ ਹੁੰਦੇ ਆ ਜੀ 14 ਤੋਂ ਲੈ ਕੇ ਇਹਦੇ ਆਪਣੇ ਕੋਲੇ ਹਾਂਜੀ 14 ਤੋਂ 20 ਤੱਕ ਮਲਟੀਪਲ ਹੈ ਜੀ ਬਲੈਂਕਸ ਦੀਆਂ ਬਹੁਤ ਜ਼ਿਆਦਾ ਸੌਖੀਆਂ ਵਾ ਜੀ ਬਹੁਤ ਜ਼ਿਆਦਾ ਦਾ ਮਤਲਬ ਹਾਰਡਲੀ ਕੋਈ ਇੱਕ ਅੱਧੀ ਭਾਵੇਂ ਗਲਤ ਆਵੇ ਨਹੀਂ ਤਾਂ ਉਹਦਾ ਵੀ ਸਵਾਲ ਨਹੀਂ ਪੈਦਾ ਹੁੰਦਾ ਬਹੁਤ ਜ਼ਿਆਦਾ ਸੌਖੀਆਂ ਵਾ ਜਿਹੜਾ ਨੈਕਸਟ ਪੈਰਾ ਵਾ ਜੀ ਆਪਣੇ ਕੋਲੇ ਪੈਰਾਗ੍ਰਾਫ ਥਰਡ ਦੇ ਵਿੱਚ ਵੀ ਜੇ ਆਪਾਂ ਕੀ ਕਰਨਾ ਵਾ 27 ਤੋਂ ਲੈ ਕੇ ਤੇ ਆਪਾਂ ਮੋਸਟਲੀ ਇਹਦੇ ਵੀ ਮਲਟੀਪਲ ਹੀ ਕਰਨੇ ਆ ਸਮਝ ਲਓ ਅੱਜ ਦਾ ਦਿਨ ਮਲਟੀਪਲ ਤੇ ਹੈ ਜੀ ਠੀਕ ਹੈ ਨਾ ਤਾਂ ਇਹਦੇ ਵਿੱਚੋਂ ਸੌਖੇ ਵੀ ਹੈ ਕਈ ਥੋੜਾ ਇੱਕ ਅੱਧਾ ਕਨਫਿਊਜ਼ਿੰਗ ਵੀ ਹੋ ਸਕਦਾ ਦੇਖਦੇ ਆਪਾਂ ਕਿੱਦਾਂ ਦੇ ਹਾਂਜੀ ਸੋ ਜੇ ਆਪਾਂ ਸਭ ਤੋਂ ਪਹਿਲਾਂ ਦੇਖੀਏ ਜੀ ਆਪਾਂ ਦੂਸਰਾ ਪੈਰਾ ਜਿਹੜਾ ਆਪਣਾ ਜੀ ਠੀਕ ਆ ਡਿਜ਼ਾਈਨਿੰਗ ਹੈ ਪੈਰੇ ਦੀ ਜੀ ਮੈਂ ਜ਼ੂਮ ਆਊਟ ਕਰਦਾ ਵਾਂ ਤੇ ਇੱਥੋਂ ਤੱਕ ਆਪਣੇ ਕੋਲ ਇੱਧਰਲੇ ਪਾਸੇ ਹੁਣ ਜੇ ਆਪਾਂ ਮਲਟੀਪਲ ਵਾਲੇ ਪਾਸੇ ਚੱਲੀਏ ਤਾਂ ਸਟਾਰਟਿੰਗ ਤੋਂ ਪਹਿਲੀ ਗੱਲ ਤਾਂ ਸਟਾਰਟਿੰਗ ਵਾਲਾ ਕੁਐਸਚਨ ਆ ਉਧਰ ਆਪਣੇ ਕੋਲੇ ਸਟਾਰਟਿੰਗ ਤੋਂ ਹੀ ਮਿਲ ਜਾਣਾ ਆਪਾਂ ਨੂੰ ਜੇ ਆਪਾਂ ਦੇਖੀਏ ਤਾਂ ਪਹਿਲਾ ਕੁਐਸਚਨ ਕਈ ਵਾਰੀ ਸਟਾਰਟਿੰਗ 'ਚ ਹੀ ਪਿਆ ਹੁੰਦਾ ਤੇ ਆਪਣੇ ਜੋ ਇਹਦੇ ਕੀਵਰਡ ਆਪਣੇ ਜੀ ਐਨੀਮਲਸ ਦੀ ਗੱਲ ਹੋਈ ਜਾਂਦੀ ਆ ਕਿਹੜੇ ਐਨੀਮਲਸ ਜਿਹੜੇ ਕਹਿੰਦੇ ਜੀ ਇੱਥੇ ਰਹਿੰਦੇ ਆ ਅਗਲੇ ਪੈਰੇ ਵਿੱਚ ਦੇਖੀਏ ਤਾਂ ਲਿਵਿੰਗਸ ਆਹ ਵਾਲਾ ਵਰਡ ਆਇਆ ਜੀ ਆਪਣੇ ਕੋਲੇ ਲਿਵਿੰਗਸ ਵੇਅਰ ਡੂ ਲਿਵਿੰਗਸ ਲਿਵ ਲਿਵਿੰਗਸ ਕਿਸੇ ਐਨੀਮਲ ਦਾ ਨਾਮ ਆ ਇਹਦਾ ਮਤਲਬ ਹੈ ਪ੍ਰੋਪਰ ਨਾਉਨ ਆ ਇਹ ਉਧਰ ਬਦਲਿਆ ਨਹੀਂ ਹੋ ਸਕਦਾ ਜੀ ਅੱਗੇ ਵਾਲੇ ਚ ਆਪਾਂ ਜਾ ਕੇ ਦੇਖੀਏ ਤਾਂ ਅਗਲੇ ਦੇ ਵਿੱਚ ਇਹਨਾਂ ਨੇ ਜਸਟ ਏਦਾਂ ਪੁੱਛਿਆ ਕਿ ਫਰ ਕੀ ਹੁੰਦੀ ਹੈ ਕਹਿੰਦੇ ਜਾ ਕੇ ਦੇਖਾਂਗੇ ਜੀ ਇਦੋਂ ਅਗਲੇ ਚ ਉਹਨਾਂ ਨੇ ਆਪਣੇ ਤੋਂ ਪੁੱਛਿਆ ਜੀ ਵਾਈ ਇਜ਼ ਟ੍ਰੈਪਡ 에ਅਰ ਇਜ਼ ਗੁੱਡ ਇਨਸੂਲੇਟਰ ਬਈ ਜਿਹੜੀ ਟ੍ਰੈਪਡ 에ਅਰ ਆ ਉਹ ਗੁੱਡ ਇਨਸੂਲੇਟਰ ਕਿਉਂ ਆ ਆਪਣੇ ਕੋਲੇ ਕੀਵਰਡ ਹੈ ਜੀ ਟ੍ਰੈਪਡ 에ਅਰ ਤੇ ਆਹ ਵਾ ਇਹ ਦੋ ਕੀਵਰਡ ਹੋ ਸਕਦੇ ਨੈਕਸਟ ਆਪਣੇ ਤੋਂ ਉਹਨਾਂ ਨੇ 18ਵੇਂ ਦੇ ਵਿੱਚ ਕੀ ਕਿਹਾ ਜੀ ਕਾਫੀ ਲੌਂਗ ਕੁਐਸਚਨ ਹੈ ਇੱਥੇ ਟੈਂਪਰੇਚਰ ਦੀਆਂ ਗੱਲਾਂ ਹੋਈ ਜਾਂਦੀਆਂ ਜੀ ਉੱਥੇ ਜਾ ਕੇ ਸਰਫੇਸ ਸਕਿਨ ਦੀਆਂ ਗੱਲਾਂ ਹੋਈ ਜਾਂਦੀਆਂ ਜੀ -10 ਡਿਗਰੀ ਸੈਲਸੀਅਸ ਤਾਂ ਇਹ ਵੀ ਆਪਣੇ ਕੋਲ ਉਧਰ ਸੀਕੁਐਂਸ ਦੇ ਵਿੱਚ ਹੋਊਗਾ ਜੀ ਤੇ 19 ਵਾਲੇ ਵਿੱਚ ਆਪਣੇ ਕੋਲੇ ਕੀਵਰਡ ਕਿਹੜਾ ਜੀ ਜਿਹੜੀ ਇੰਡੋ ਆਪਣੇ ਕੋਲੇ ਤੇ ਲਾਸਟ ਵਾਲੇ ਵਿੱਚ ਆਪਣੇ ਕੋਲੇ ਕਿਹੜਾ ਕੀਵਰਡ ਹੈ ਜੀ ਥਰਮੋ ਰੈਗੂਲੇਸ਼ਨ ਤੇ ਫਰ ਆ ਦੋਨੇ ਕੀਵਰਡ ਹੈ ਹੁਣ ਜੇ ਆਪਾਂ ਉਧਰ ਜਾ ਕੇ ਦੇਖੀਏ ਜੀ ਵੀ ਕੀਵਰਡ ਕੀ ਆਪਣੇ ਉੱਤੇ ਜਾ ਕੇ ਮੈਚ ਹੁੰਦੇ ਕਿੱਥੇ ਕਿੱਥੇ ਇਹਨਾਂ ਦੀ ਡਿਜ਼ਾਈਨਿੰਗ ਕੀਤੀ ਆ ਤਾਂ ਆਪਾਂ ਸਟਾਰਟਿੰਗ ਚੋਂ ਦੇਖਦੇ ਹਾਂ ਜੀ ਤਾਂ ਸਟਾਰਟਿੰਗ ਦੇ ਵਿੱਚੋਂ ਆਪਾਂ ਦੇਖੀਏ ਤਾਂ ਆਪਣੇ ਕੋਲੇ ਕੰਟਰੀਆਂ ਦੇ ਨਾਮ ਲਿਖੇ ਇੱਥੇ ਲਿਖਿਆ ਪਿਆ ਬਿਲੋ 10 ਡਿਗਰੀ ਸੈਲਸੀਅਸ ਇੱਕ ਕੁਐਸਚਨ ਦੇ ਵਿੱਚ 10 ਡਿਗਰੀ ਸੈਲਸੀਅਸ ਸੀਗਾ ਬਟ ਉਹ ਕੁਐਸਚਨ ਕਾਫੀ ਗਾਂ ਜਾ ਕੇ ਸੀਗੇ ਵੈਸੇ ਇੱਥੇ ਟੈਂਪਰੇਚਰ ਦੀ ਗੱਲ ਹੋਈ ਜਾਂਦੀ ਹੈ ਬਟ ਮੈਂ ਦੇਖਦਾ ਕਿ ਇੱਥੇ ਕੋਈ ਸਰਫੇਸ ਸਕਿਨ ਦੀ ਗੱਲ ਹੋਈ ਆ ਤਾਂ ਉਹ ਆਪਣੇ ਕੋਲੇ ਇੱਥੇ ਸਰਫੇਸ ਸਕਿਨ ਦੀ ਗੱਲ ਨਹੀਂ ਹੋਈ ਇਹਦਾ ਮਤਲਬ ਹੈ ਵੈਸੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਕਿਸੇ ਟੈਂਪਰੇਚਰ ਦੀ ਗੱਲ ਕੀਤੀ ਹੋਊਗੀ ਅੱਗੇ ਜਾ ਕੇ ਦੇਖਦੇ ਜੀ ਆਪਣਾ ਪਹਿਲੇ ਵਾਲਾ ਸੀਗਾ ਐਨੀਮਲਸ ਵਾਲਾ ਸੀਗਾ ਵੈਸੇ ਜੋ ਆਪਣਾ ਪਹਿਲਾ ਕੁਐਸਚਨ ਹੈ ਜੀ ਐਨੀਮਲਸ ਵਾਲਾ ਇੱਥੇ ਹੋਰੀਜ਼ਨ ਦੀ ਗੱਲ ਹੋਈ ਜਾਂਦੀ ਹੈ ਆਪਣੇ ਕੋਲੇ ਆਰਟੀਕਲ ਨੋਟ ਪਲੇਸ ਇਟ ਐਨੀਮਲ ਆ ਆਪਣੇ ਕੋਲੇ ਇੱਥੇ ਗੱਲ ਹੁੰਦੀ ਹੈ ਧਿਆਨ ਨਾਲ ਦੇਖਿਓ ਪਹਿਲਾ ਕੁਐਸਚਨ ਜਿਹੜਾ ਆਪਣਾ ਸੀਗਾ ਜੀ ਆਪਣੇ ਕੋਲੇ ਇੱਕ ਵਰਡ ਪਿਆ ਵਾ ਤੇ ਨਾਲ ਹੀ ਆਪਣੇ ਆ ਸੇਮ ਵਰਡ ਪਿਆ ਇਹਦਾ ਮਤਲਬ ਆਪਣਾ ਪਹਿਲਾ ਕੁਐਸਚਨ ਇੱਥੇ ਟ੍ਰੈਪ ਹੋ ਸਕਦਾ ਜੀ 14ਵੇਂ ਨੰਬਰ ਵਾਲਾ ਇਹ ਤੋਂ ਬਾਅਦ ਚ ਆਪਣੇ ਕੋਲੇ ਲਿਵਿੰਗ ਕੀਵਰਡ ਸੀਗਾ ਦੂਸਰੇ ਵਿੱਚ ਜਾ ਕੇ ਦੇਖੀ ਤਾਂ ਨੀਚੇ ਉਦੋਂ ਹੁਣ ਇੱਥੇ ਲਿਵਿੰਗ ਕਿਤੇ ਨਹੀਂ ਲਿਖਿਆ ਜੀ ਅੱਗੇ ਜਾ ਕੇ ਦੇਖੀਏ ਤਾਂ ਲਿਵਿੰਗ ਆਪਣੇ ਕੋਲੇ ਦੂਸਰੀ ਲਾਈਨ ਦੇ ਵਿੱਚ ਪਿਆ ਲਿਵਿੰਗ ਤਾਂ ਇਹ ਆਪਣਾ ਇੱਥੋਂ ਹੋ ਗਿਆ ਜੀ 15ਵੇਂ ਨੰਬਰ ਵਾਲਾ ਟਾਰਗੇਟ ਇਹ ਤੋਂ ਅੱਗੇ ਆਪਣੇ ਕੋਲੇ ਫਰ ਤੇ ਸੀਗਾ ਜੀ ਫਰ ਹੁਣ ਜੇ ਆਪਾਂ ਦੇਖੀਏ ਤਾਂ ਇੱਥੇ ਵੀ ਗੱਲ ਕੀਤੀ ਹੈ ਜੀ ਫਰ ਆ ਲਿਖਿਆ ਪਿਆ ਜੀ ਇੱਥੇ ਤੇ ਫਰ ਦੇਖਿਆ ਜਾਵੇ ਤਾਂ ਆਪਣੇ ਨੈਕਸਟ ਪੈਰੇ ਦੇ ਵਿੱਚ ਵੀ ਲਿਖਿਆ ਪਿਆ ਜੀ ਆਹ ਵਾਲੀਆਂ ਲਾਈਨਾਂ ਤੇ ਯਾਨੀ ਕਿ ਹੋਵੇ ਨਾ ਤਾਂ ਇੱਥੋਂ ਜਾਂ ਫਰਦਰ 2-4 ਲਾਈਨਾਂ ਦੇ ਵਿੱਚ ਆਪਣਾ ਇੱਥੇ 16ਵੇਂ ਨੰਬਰ ਵਾਲਾ ਟਾਰਗੇਟ ਫਰ ਇੱਥੋਂ ਤੱਕ ਚੱਲ ਸਕਦਾ ਹੈ ਅੱਗੇ ਜੇ ਆਪਾਂ ਤੇ ਲਿਵਿੰਗ ਆਪਣੇ ਕੋਲ ਇੱਕ ਜਗ੍ਹਾ ਤੇ ਇੱਥੇ ਵੀ ਪਿਆ ਆਪਾਂ ਦੇਖਾਂਗੇ ਕ੍ਰੋਸ ਚੈੱਕ ਕਰਕੇ ਵੀ ਕਿੱਥੇ ਕਿਹਦੀ ਗੱਲ ਹੋਈ ਹੈ ਜੀ ਲਿਵਿੰਗ ਅਗਲਾ ਜਿਹੜਾ ਆਪਣੇ ਕੋਲੇ ਸੀਗਾ ਉਹ ਇਨਸੂਲੇਟਰ ਵਾਲਾ ਸੀਗਾ ਜੀ ਆਪਣਾ ਕੀਵਰਡ ਤੇ ਆਪਾਂ ਦੇਖੀਏ ਤਾਂ ਆਪਣੇ ਕੋਲੇ ਇਨਸੂਲੇਟ ਜਿਹੜੀ ਕਿ ਲੇਸ਼ਨ ਕੀ ਤੋਂ ਬਣਿਆ ਇਨਸੂਲੇਟਰ ਤੋਂ ਹੀ ਬਣਿਆ ਜੀ ਅੱਗੇ ਜਾ ਕੇ ਵੀ ਉਹਨਾਂ ਨੇ ਆ ਦੇਖੋ ਜੀ ਉਹਨਾਂ ਨੇ ਇਨਸੂਲੇਟਰ ਦੀ ਗੱਲ ਕੀਤੀ ਫਿਰ ਜਾ ਕੇ ਅਗਲਾ ਆਪਣਾ ਨੈਕਸਟ ਇੱਥੋਂ ਟਰੈਕ ਹੋ ਸਕਦਾ ਹੈ ਤੇ ਆਪਣਾ ਜਿਹੜਾ ਇੱਕ ਜਗ੍ਹਾ ਤੇ ਆਪਣਾ ਲਾਸਟ ਵਾਲਾ ਜਾ ਕੇ ਦੇਖੀ ਕਾਫੀ ਟਾਰਗੇਟ ਹੋ ਗਈ ਆਪਣੀ ਸੀਕੁਐਂਸ ਦੇ ਵਿੱਚ ਚੱਲੀ ਜਾਂਦੇ ਆ ਜੀ
ਹਾਂਜੀ ਇੱਥੋਂ ਤੱਕ ਟਾਰਗੇਟ ਹੋ ਗਿਆ। ਹੁਣ ਟੈਂਪਰੇਚਰ ਤੇ ਸਕਿਨ ਸਰਫੇਸ ਇਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਤੇ ਇੱਕ ਇੰਡੋਥਰਮ ਕਿਤੇ ਨਾ ਕਿਤੇ ਲਿਖਿਆ ਹੋਣਾ ਚਾਹੀਦਾ ਅੱਗੇ ਜਾ ਕੇ ਰੀਡਿੰਗ। ਤਾਂ ਇੱਥੋਂ ਦੇਖੀਏ ਤਾਂ ਟੈਂਪਰੇਚਰ ਇੱਕ ਜਗ੍ਹਾ ਤੇ ਹੋਰ ਪਿਆ ਤੇ ਇੱਥੇ ਤਾਂ ਸਿੱਧਾ ਹੀ ਲਿਖਿਆ ਪਿਆ -10 ਡਿਗਰੀ। ਤੇ ਹੁਣ ਆਪਾਂ ਜਾ ਕੇ ਦੇਖੀਏ ਵੀ ਕੀ ਇੱਥੇ ਸਕਿਨ ਦੀਆਂ ਗੱਲਾਂ ਹੋਈਆਂ ਤਾਂ ਆ ਆਪਣੇ ਕੋਲੇ ਸਕਿਨ ਵਰਡ ਵੀ ਲਿਖਿਆ ਪਿਆ। ਇਹਦਾ ਮਤਲਬ ਆ ਆਪਣੇ ਕੋਲੇ ਅੱਗੇ ਵਾਲਾ ਜੀ ਇਹ ਆਪਣੇ ਕੋਲੇ ਕਿੰਨਵੇਂ ਨੰਬਰ ਵਾਲਾ ਸੀ ਜੀ 18ਵੇਂ ਨੰਬਰ ਵਾਲਾ ਜੀ। ਇਹ ਆਪਣੇ ਕੋਲੇ ਹੋ ਗਿਆ ਜੀ 18ਵੇਂ ਨੰਬਰ ਵਾਲਾ ਤੇ ਆ ਆਪਣੇ ਕੋਲੇ ਹੋ ਗਿਆ ਜੀ 17ਵੇਂ ਨੰਬਰ ਵਾਲਾ। ਤੇ ਅੱਗੇ ਜਾ ਕੇ ਦੇਖੀਏ ਤਾਂ ਆਪਣੇ ਕੋਲੇ ਇੰਡੋਥਰਮ ਇੱਕ ਕੀਵਰਡ ਸੀਗਾ ਜੀ ਇੰਡੋਥਰਮ ਤਾਂ ਉਹ ਪਿਆ ਆਪਣੇ ਕੋਲੇ ਆ ਜੀ। ਹਾਂਜੀ ਇੰਡੋਥਰਮ ਅੱਗੇ ਜਾ ਕੇ ਦੇਖੀਏ ਕਿਤਨਾ ਕਿਤੇ ਇੰਡੋਥਰਮ ਲਿਖਿਆ ਵਾ ਨਹੀਂ ਲਿਖਿਆ ਜੀ ਇੱਥੇ ਟੈਂਪਰੇਚਰ ਦੀ ਗੱਲ ਫਿਰ ਕੀਤੀ ਹੈ ਬਟ ਅਗਲਾ ਕੁਐਸਚਨ ਆਪਣਾ ਜਿਹੜਾ ਆਹਾ ਵਾਲਾ ਆ ਕੀਵਰਡ ਜ਼ਰੂਰ ਇਹਦੇ ਵਿੱਚ ਉੱਥੋਂ ਲਿਖਿਆ ਪਿਆ ਪਰ ਇਹਦੇ ਨਾਲ ਜਿਹੜਾ ਅਗਲਾ ਆਪਣੇ ਕੋਲੇ ਕੀਵਰਡ ਸੀਗਾ ਨਾ ਜਿਹੜਾ ਆਪਣੇ ਕੋਲੇ ਆਹਾ ਵਾਲਾ ਲਾਸਟ ਵਾਲਾ ਸਭ ਤੋਂ ਲਾਸਟ ਵਾਲਾ ਉਹਦੇ ਵਿੱਚ ਇਹਦੇ ਨਾਲ ਇੱਕ ਵਾਰੀ ਫਰਕ ਫੇਰ ਲੱਗਿਆ ਹੋਣਾ ਚਾਹੀਦਾ ਵਾ ਦੋਨੇ ਇਕੱਠੇ ਪਏ ਆ ਤਾਂ ਜਾ ਕੇ ਦੇਖਦੇ ਵੀ ਲਾਸਟ ਉੱਪਰ ਇਹਦੇ ਨਾਲ ਕਿਤੇ ਫਰਕ ਦੀ ਗੱਲ ਹੋਈ ਜਾਂ ਨਹੀਂ ਹੋਈ। ਚਲੋ ਜੀ ਇੱਕ ਜਗ੍ਹਾ ਤੇ ਆਪਾਂ ਨੂੰ ਇਕੱਲਾ ਲੱਭ ਗਿਆ ਜੀ ਦੇਖਦੇ ਆਸੇ ਪਾਸੇ ਫਰਕ ਦੀ ਗੱਲ ਹੋਈ ਹੋਵੇ ਜੀ ਰਿਵਰਸ ਟੂਗੇਦਰ ਪਰ ਆ ਆਪਣੇ ਕੋਲ ਇੱਥੇ ਇਕੱਠੇ ਪਏ ਆ ਜੀ ਆ ਦੇਖੋ ਇਹਦਾ ਮਤਲਬ ਲਾਸਟ ਵਾਲਾ ਆਪਣੇ ਕੋਲ ਇੱਥੋਂ ਕੀਵਰਡ ਟਾਰਗੇਟ ਹੋ ਸਕਦਾ 19 ਨੰਬਰ ਵਾਲਾ ਇੰਨੇ ਆਪਣੇ ਇਲਾਕੇ ਦੇ ਵਿੱਚ ਇੱਥੇ ਹੋ ਸਕਦਾ ਜੀ। ਤੇ ਜੇ ਹੁਣ ਆਪਾਂ ਦੇਖੀਏ ਤਾਂ ਜਿਹੜੇ ਮਲਟੀਪਲ ਸੀਗੇ ਜੀ ਉਹਨਾਂ ਸਾਰਿਆਂ ਦੀ ਲੋਕੇਸ਼ਨ ਆ ਜਿਹੜੀ ਉਹ ਟਾਰਗੇਟ ਹੋਊਗੀ। ਹੁਣ ਜਸਟ ਜੇ ਕੋਈ ਕੰਮ ਰਹਿ ਗਿਆ ਤਾਂ ਉਹ ਆਪਾਂ ਸਿੱਧਾ ਪੜ੍ਹਨਾ ਹੀ ਹੈ ਯੈਸ ਔਰ ਨੋ ਜੀ ਕਿਉਂਕਿ ਇਹ ਸੀਕੁਐਂਸ ਚੱਲਣੇ ਸੀ ਨਾ ਫਾਈਨਲ ਦੇ ਵਿੱਚ ਵੀ ਸੀਕੁਐਂਸ ਦੇ ਵਿੱਚ ਹੀ ਚੱਲਣਗੇ ਜਿਹੜੇ ਮਲਟੀਪਲ ਲੱਗਿਆ ਪਤਾ ਹੀ ਸਾਰਿਆਂ ਨੂੰ। ਹਾਂਜੀ ਸਰ। ਚਲੋ ਜੀ ਹੁਣ ਆਪਾਂ ਦੇਖਦੇ ਹਾਂ ਜੀ ਕਿ ਕੁਐਸਚਨ ਪੜ੍ਹਦੇ ਆ ਫਿਰ ਜਾ ਕੇ ਆਨਸਰ ਪੜ੍ਹਦੇ ਵੀ ਕਿਹਦਾ ਜੀ ਲੈਵਲ ਇਹਨਾਂ ਦਾ ਠੀਕ ਆ ਮੋਡਰੇਟ ਆ ਜੀ ਬੜਾ ਔਖਾ ਨਹੀਂ ਹੈਗਾ ਅੱਜ ਸੌਖੇ ਆ ਜੇ ਧਿਆਨ ਮਾੜਾ ਲਾਉਂਦਾ ਪਰ ਜੇ ਦੇਖਿਆ ਜਾਵੇ ਤਾਂ ਮਾੜਾ ਥੋੜਾ ਚੱਕਰਾਂ ਜਿਹਾ ਚ ਪਾਇਆ ਜੀ ਇਹਨਾਂ ਨੇ। ਚਲੋ ਜੀ ਦੇਖੀਏ ਆਪਾਂ ਜਾ ਕੇ ਤਾਂ ਪਹਿਲੇ ਨੰਬਰ ਵਾਲਾ ਆਪਣੇ ਕੋਲੇ ਕੀ ਸੀਗਾ ਜੀ ਕੁਐਸਚਨ ਪਹਿਲੇ ਚ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਐਨੀਮਲ ਜਿਹੜੇ ਰਹਿੰਦੇ ਆ ਜੀ ਕਹਿੰਦੇ ਕਿੱਥੇ ਰਹਿੰਦੇ ਆ ਆਹ ਵਾਲੀ ਜਗ੍ਹਾ ਚ ਟਿਕ ਦੇ ਵਿੱਚ ਤਾਂ ਜਾ ਕੇ ਦੇਖਦੇ ਇਹਨਾਂ ਨੂੰ ਕੀ ਹੋਇਆ ਕੀ ਨਹੀਂ। ਚਲੋ ਜਾ ਕੇ ਦੇਖੀਏ ਤਾਂ ਇਹਦੀ ਲੋਕੇਸ਼ਨ ਆਪਣੇ ਕੋਲ ਟਾਰਗੇਟ ਕੀਤੀ ਪਈ ਹੈ ਜੀ ਆ ਆਪਣੇ ਕੋਲੇ ਇਹਦੀ ਲੋਕੇਸ਼ਨ ਹੈ ਜੀ। ਆਪਾਂ ਦੇਖਣਾ ਕਿ ਜਿਹੜੇ ਐਨੀਮਲ ਇੱਥੇ ਰਹਿੰਦੇ ਆ ਕੀ ਪੁੱਛਿਆ ਉਹਨਾਂ ਨੇ ਹੁਣ ਆਪਣੇ ਤੋਂ ਗਾ। ਚਲੋ ਜੀ ਕੀ ਕਹਿੰਦੇ ਜੀ ਕਹਿੰਦੇ ਜਿਹੜੀ ਆਹ ਵਾਲੀ ਹੈ ਜੀ ਕਹਿੰਦੇ ਓਕੇ ਇਜ਼ ਨੋਟ ਅ ਪਲੇਸ ਟੂ ਬੀ ਇਨ ਦਾ ਓਕੇ ਥੋਰੋਜ਼ ਆਫ ਵਿੰਟਰ ਜਿਹੜੀ ਕਹਿੰਦੇ ਜੀ ਇਹ ਪਲੇਸ ਆ ਉਹ ਕਹਿੰਦੇ ਇਜ਼ ਨੋਟ ਅ ਪਲੇਸ ਕਹਿੰਦੇ ਜੀ ਇਹ ਇੱਕ ਪਲੇਸ ਨਹੀਂਗੀ ਟੂ ਬੀ ਇਨ ਦਾ ਥੈਰੋਜ਼ ਆਫ ਵਿੰਟਰ। ਹਾਂਜੀ ਥਿਓਰਸ ਦਾ ਮਤਲਬ ਹੁੰਦਾ ਪੇਨ ਆਫ ਵਿੰਟਰ ਕਹਿੰਦੇ ਜੀ ਇਹ ਇੱਕ ਸਰਦੀਆਂ ਦੀ ਜਿਹੜੀ ਇੱਕ ਪੇਨ ਹੁੰਦੀ ਹੈ ਨਾ ਇੱਕ ਸਰਦੀ ਉਹਦੇ ਲਈ ਇਹ ਇੱਕ ਜਗ੍ਹਾ ਨਹੀਂਗੀ ਜੀ ਕਹਿੰਦੇ ਇਟ ਇਜ਼ ਹੌਸਟਾਈਲ ਇਹ ਜਿਹੜੀ ਜਗ੍ਹਾ ਵਾ ਇਹ ਹੌਸਟਾਈਲ ਆ ਹੌਸਟਾਈਲ ਦਾ ਮਤਲਬ ਅਨਫ੍ਰੈਂਡਲੀ ਮੈਂ ਤੁਹਾਨੂੰ ਇਹ ਪਾਸਟ ਦੇ ਵਿੱਚ ਵਰਡ ਨੋਟ ਕਰਵਾਇਆ ਵਾ ਇੱਕ ਜਗ੍ਹਾ ਦੀ ਅਨਫ੍ਰੈਂਡਲੀ ਇਹ ਕਹਿੰਦੇ ਜਿਹੜੀ ਜਗ੍ਹਾ ਵਾ ਇਹ ਜੀ ਅਨਫ੍ਰੈਂਡਲੀ ਨਹੀਂ ਹੈਗੀ ਧਿਆਨ ਨਾਲ ਦੇਖਿਓ ਇਹ ਜਿਹੜੀ ਜਗ੍ਹਾ ਇਹ ਅਨਫ੍ਰੈਂਡਲੀ ਆ ਜਾਂ ਇਹਦਾ ਦੂਸਰਾ ਸਿਨੋਨਿਮ ਹੈਗਾ ਨੋਟ ਸੁਟੇਬਲ ਕਹਿੰਦੇ ਜੀ ਇਹ ਜਗ੍ਹਾ ਕਹਿੰਦੇ ਅਨਫ੍ਰੈਂਡਲੀ ਆ ਜਾਂ ਕਹਿ ਲਓ ਵੀ ਇਹ ਸੁਟੇਬਲ ਨਹੀਂਗੀ ਕਿਹਨਾਂ ਦੇ ਲਈ ਜੀ ਸਾਰੇ ਜਾਨਵਰਾਂ ਦੇ ਲਈ ਆਲ ਐਨੀਮਲ ਲਾਈਫ। ਹੁਣ ਅੱਗੇ ਜਾ ਕੇ ਦੇਖਦੇ ਜੀ ਆਪਾਂ ਕੀ ਕਹਿੰਦੇ ਜੇ ਹੁਣ ਤੱਕ ਤੁਸੀਂ ਇੱਥੇ ਮੈਚ ਕਰਨਾ ਹੋਵੇ ਹੁਣ ਤੱਕ ਕਹਿੰਦੇ ਜੀ ਕੈਨ ਵਿਦਸਟੈਂਡ ਓਕੇ ਐਕਸਟ੍ਰੀਮਲੀ ਡਿਫਿਕਲਟ ਲਿਵਿੰਗ ਕੰਡੀਸ਼ਨ ਕਹਿੰਦੇ ਜਾਨਵਰ ਇੱਥੇ ਜੀ ਵਿਦਸਟੈਂਡ ਕਰ ਸਕਦੇ ਆ ਉਹ ਤਾਂ ਹਲੇ ਤੱਕ ਕਹੀ ਜਾਂਦੇ ਕਿ ਸੁਟੇਬਲ ਹੀ ਹੈ ਨਹੀਂ ਇਹਦਾ ਮਤਲਬ ਇਹ ਤਾਂ ਹਲੇ ਤੱਕ ਹੈ ਹੀ ਨਹੀਂ ਜੀ ਫਿਰ ਕਹਿੰਦੇ ਜੀ ਫਰੋਜ਼ਨ ਹੋ ਜਾਂਦੇ ਆ ਜਾਨਵਰ ਇੱਥੇ ਜੰਮ ਜਾਂਦੇ ਆ ਜੀ ਕਹਿੰਦੇ ਇਹ ਤਾਂ ਕਿਤੇ ਨਹੀਂ ਗੱਲ ਕੀਤੀ ਕਹਿੰਦੇ ਮੇਨਲੀ ਰੈਪਟਾਈਲ ਹੀ ਹੈ ਜੀ ਇੱਥੇ ਜਾਨਵਰ ਬਈ ਹੋਰ ਹੈ ਹੀ ਨਹੀਂਗੇ ਨਹੀਂ ਜੀ ਤਾਂ ਕਹਿੰਦੇ ਜੀ ਮੋਸਟਲੀ ਜਾਨੀ ਕਿ ਹਲੇ ਤਾਂ ਆਨਸਰ ਆਇਆ ਹੀ ਨਹੀਂ ਜੀ ਧੱਕੇ ਨਾਲ ਆਪਾਂ ਕੋਈ ਲਾ ਨਹੀਂ ਸਕਦੇ ਹਲੇ ਤੱਕ ਕੋਈ ਨਹੀਂ ਆਇਆ ਆਪਾਂ ਨੂੰ ਗਾਉਂ ਲਾਈਨ ਪੜ੍ਹਨੀ ਪੈਣੀ ਹੈ ਵੀ ਉੱਥੇ ਗੱਲ ਹੁਣ ਕੀ ਕਰੀ ਜਾਂਦੇ ਪ੍ਰੋਪਰ ਧਿਆਨ ਨਾਲ ਦੇਖਿਓ ਜੀ ਕਹਿੰਦੇ ਐਂਫੀਬੀਅਨ ਦੇਖੋ ਜਿਹੜੇ ਜਾਨਵਰ ਹੁੰਦੇ ਉਹਨਾਂ ਦੀਆਂ ਕੈਟਾਗਰੀਜ਼ ਹੁੰਦੀਆਂ ਜੀ ਤੁਸੀਂ ਆਹ ਵਰਡ ਨਾਰਮਲੀ ਦੇਖਿਆ ਹੋਊਗਾ ਰੈਪਟਾਈਲ ਕਿਹੜੇ ਹੁੰਦੇ ਆ ਜਿਹੜੇ ਰੇਂਗ ਕੇ ਜਾਨੀ ਕਿ ਚੱਲਦੇ ਆ ਤੇ ਇੱਕ ਕੈਟਾਗਰੀ ਹੋਰ ਹੁੰਦੀ ਐਂਫੀਬੀਅਨ ਜਿਹੜੇ ਹੁੰਦੇ ਆ ਜੀ ਜਿਹੜੇ ਪਾਣੀ ਤੇ ਧਰਤੀ ਦੋਨਾਂ 'ਚ ਹੀ ਰਹਿ ਸਕਦੇ ਆ ਅੱਡ ਅੱਡ ਕੈਟਾਗਰੀਆਂ ਹੁੰਦੀਆਂ ਜਸਟ ਨਾਮ ਆ ਬਸ ਜੀ
ਕਹਿੰਦੇ ਜਿਹੜੇ ਐਂਫੀਬੀਅਨਸ ਹੁੰਦੇ ਆ ਜੀ would freeze solid there। ਕਹਿੰਦੇ ਜਿਹੜੇ ਤਾਂ ਜੀ ਕਹਿੰਦੇ ਐਂਫੀਬੀਅਨਸ ਆ ਉਹ ਤਾਂ ਇੱਥੇ ਕਹਿੰਦੇ ਕੀ ਆ ਜੰਮ ਜਾਂਦੇ ਆ ਜੀ। nor can reptiles withstand, ਨਾ ਹੀ ਕਹਿੰਦੇ ਇੱਥੇ reptile ਜਾਨੀ ਕਿ withstand ਕਰ ਸਕਦੇ ਆ। withstand ਦਾ ਮਤਲਬ ਜਾਨੀ ਕਿ ਕੋਪ ਅਪ ਕਰਨਾ ਜੀ, ਸਾਹਮਣਾ ਕਰਨਾ। ਲਿਖ ਲਓ ਜੀ ਕੋਪ ਜਾਂ ਫੇਸ ਸਿਨੋਨਿਮ ਹੈ ਜੀ। ਕਹਿੰਦੇ ਜੀ ਜਿਹੜੇ ਐਂਫੀਬੀਅਨ ਆ ਜੀ ਉਹ ਇੱਥੇ ਜੰਮ ਜਾਂਦੇ ਆ, ਨਾ ਹੀ ਕਹਿੰਦੇ ਜਾਨੀ ਕਿ reptile ਇੱਥੇ ਕੋਪ ਅਪ ਕਰ ਸਕਦੇ ਆ। ਹਾਂਜੀ ਕਿਹਨੂੰ ਜੀ, ਜਿਹੜੀ ਐਕਸਟ੍ਰੀਮ ਕੋਲਡ ਹੁੰਦੀ ਆ ਇੱਥੇ। ਤੇ ਅਗਲੀ ਲਾਈਨ ਦਾ ਸ਼ੁਰੂ ਵਾਲਾ ਕਨੈਕਟਰ ਜੈਟ ਸੀਗਾ। ਜਦੋਂ ਹੀ ਕੋਈ ਕੰਟਰਾਡਿਕਟਰੀ ਕਨੈਕਟਰ ਹੋਵੇ ਉਹ ਲਾਈਨ ਆਪਾਂ ਹਮੇਸ਼ਾ ਪੜ੍ਹਦੇ ਹੁੰਦੇ ਹਾਂ ਜੀ। ਤੁਹਾਨੂੰ ਮੈਂ ਹਮੇਸ਼ਾ ਕਿਹਾ ਕਿ ਜਦੋਂ ਨੈਕਸਟ ਲਾਈਨ ਦੇ ਵਿੱਚ ਕਿਤੇ ਹਾਊ ਐਵਰ ਜਾਂ ਕੋਈ ਬਟ ਜਾਂ ਜੈਟ ਜਾਂ ਨੈਵਰਦਲੈਸ ਕੀ ਆਉਂਦਾ, ਕਿਉਂਕਿ ਉਹ ਇਨਫੋਰਮੇਸ਼ਨ ਨਾਲ ਜੁੜੀ ਹੁੰਦੀ ਹੈ ਜਾਂ ਕੰਟਰਾਡਿਕਟ ਕੀਤੀ ਹੁੰਦੀ। ਹੁਣ ਇਹਨਾਂ ਨੇ ਕੀ ਕਹਿਤਾ ਜੀ, ਪਿੱਛੇ ਕਹੀ ਜਾਂਦੇ ਐਂਫੀਬੀਅਨ ਵੀ ਨਹੀਂ ਇੱਥੇ ਰਹਿ ਸਕਦੇ, ਰੈਪਟਾਈਲਸ ਵੀ ਨਹੀਂ ਰਹਿ ਸਕਦੇ। ਅੱਗੇ ਕੀ ਕਹਿਤਾ, ਕਹਿੰਦੇ ਜੀ ਫਿਰ ਵੀ there are animals, ਇੱਥੇ ਕਹਿੰਦੇ ਜਾਨਵਰ ਹੈਗੇ ਆ that exhibit, exhibit ਦਾ ਮਤਲਬ ਹੁੰਦਾ ਸ਼ੋ ਕਰਨਾ, ਜਿਹੜੇ ਜੀ ਕਹਿੰਦੇ ਸ਼ੋ ਕਰਦੇ ਆ। ਕੀ ਸ਼ੋ ਕਰਦੇ ਆ, remarkable, remarkable ਦਾ ਮਤਲਬ ਬਹੁਤ ਜ਼ਿਆਦਾ, ਟੋਲਰੈਂਸ ਹੁੰਦਾ ਸਾਹਮਣਾ ਕਰਨਾ ਜੀ। ਫਿਰ ਵੀ ਇੱਥੇ ਕਈ ਜਾਨਵਰ ਹੈਗੇ ਆ ਜੀ ਕਹਿੰਦੇ ਜਿਹੜੇ ਸਾਹਮਣਾ ਕਰ ਜਾਂਦੇ ਆ ਕਿਹਦਾ, ਜਿਹੜੀਆਂ ਇਨਹੋਸਪਿਟੇਬਲ ਕੰਡੀਸ਼ਨਸ ਹੁੰਦੀਆਂ। ਹਾਂਜੀ ਇਨਹੋਸਪਿਟੇਬਲ ਕਿਹੜੀਆਂ, ਜਿਹੜੀਆਂ ਜਾਨੀ ਕਿ ਵਿਰੁੱਧ ਕੰਡੀਸ਼ਨਸ ਹੁੰਦੀਆਂ ਵਾ, ਫਿਰ ਵੀ ਕਹਿੰਦੇ ਜੀ ਜਾਨਵਰ ਸਾਹਮਣਾ ਕਰ ਜਾਂਦੇ ਆ ਇੱਥੇ ਆਹ ਵਾਲੀ ਜਗ੍ਹਾ ਦੇ ਉੱਪਰ ਹੀ। ਚਲੋ ਜੀ ਜਾ ਕੇ ਦੇਖਦੇ ਹਾਂ ਲਾਸਟ ਲਾਈਨ ਚ ਆ ਕੇ ਆਪਣੀ ਪਿਛਲੀ ਗੱਲ ਨੂੰ ਜੋ ਕੰਟਰਾਡਿਕਟ ਕਰਨ ਲੱਗ ਗਈ। ਤਾਂ ਹੁਣ ਕੀ ਕਿਹਾ ਜੀ ਇਹਨਾਂ ਨੇ, ਪਹਿਲੀ ਲਾਈਨ ਚ ਕਿਹਾ ਜੀ ਜਿਹੜੇ ਐਨੀਮਲਸ ਹੈਗੇ ਆ ਜੀ ਜਿਹੜੇ ਇੱਥੇ ਰਹਿੰਦੇ ਆ ਕੈਨ ਵਿਦਸਟੈਂਡ, ਸਾਹਮਣਾ ਕਰ ਸਕਦੇ ਆ। ਓਕੇ, ਐਕਸਟ੍ਰੀਮਲੀ ਡਿਫਿਕਲਟ ਲਿਵਿੰਗ ਕੰਡੀਸ਼ਨ, ਇਹਨੂੰ ਉਹਨਾਂ ਨੇ ਕੀ ਕਹਿਤਾ ਜੀ, ਐਕਸਟ੍ਰੀਮਲੀ ਡਿਫਿਕਲਟ ਲਿਵਿੰਗ ਕੰਡੀਸ਼ਨ ਨੂੰ ਕੀ ਕਹਿਤਾ ਜੀ, ਕੰਡੀਸ਼ਨ ਨੂੰ ਤਾਂ ਉਹਨਾਂ ਨੇ ਕੰਡੀਸ਼ਨ ਸੀ ਕਹਤਾ ਜੀ ਉਧਰ, ਤੇ ਐਕਸਟ੍ਰੀਮਲੀ ਡਿਫਿਕਲਟ ਨੂੰ ਕੀ ਕਹਤਾ ਜੀ, ਜਾਨੀ ਕਿ ਇਨਹੋਸਪਿਟੇਬਲ ਜਿਹੜਾ ਉਧਰ ਵਰਡ ਲਿਖਿਆ ਪਿਆ ਸੀਗਾ। ਤਾਂ ਇਹਦਾ ਮਤਲਬ ਹੋਵੇ ਨਾ ਤਾਂ ਪਹਿਲਾਂ ਤਾਂ ਆਪਣੇ ਕੋਲੇ 100 ਦਾ 100% ਮੈਚ ਹੋ ਗਿਆ, ਕਿਉਂਕਿ ਅੱਗੇ ਜਾ ਕੇ ਕੰਟਰਾਡਿਕਟ ਕਰਕੇ ਕਹਿਣ ਲੱਗ ਗਏ ਜੀ ਫਿਰ ਵੀ ਪਰ ਕਹਿੰਦੇ ਜੀ ਜਾਨਵਰ ਇੱਥੇ ਹੈਗੇ ਆ ਜਿਹੜੇ ਸਾਹਮਣਾ ਕਰ ਜਾਂਦੇ ਆ, ਰਿਮਾਰਕੇਬਲ ਟੋਲਰੈਂਸ ਕਰ ਜਾਂਦੇ ਆ ਜੀ। ਠੀਕ ਹੈ ਜੀ, ਦੂਸਰਾ ਦੇਖਦੇ ਆ ਜੀ, ਕਹਿੰਦੇ ਜਿਹੜੇ ਇੱਥੇ ਜਾਨਵਰ ਹੈਗੇ ਆ ਜੀ ਕਹਿੰਦੇ ਜੀ ਅਕਸਰ ਉਹ ਫਰੀਜ਼ ਹੋ ਜਾਂਦੇ ਆ ਵਿੰਟਰ ਦੇ ਦੌਰਾਨ। ਤਾਂ ਉੱਥੇ ਉਹਨਾਂ ਨੇ ਇੰਨਾ ਆਪਾਂ ਨੂੰ ਜ਼ਰੂਰ ਕਿਹਾ ਸੀ ਵੀ ਜਿਹੜੇ ਐਂਫੀਬੀਅਨਸ ਆ ਉਹ ਇੱਥੇ ਫਰੀਜ਼ ਹੋ ਜਾਂਦੇ ਆ। ਰੈਪਟਾਈਲ ਜਿਹੜੇ ਜੋ ਰੈਪਟਾਈਲ ਕੈਟਾਗਰੀ ਚ ਹੁੰਦੇ ਆ ਉਹਨਾਂ ਦਾ ਨਹੀਂ ਆਪਾਂ ਨੂੰ ਹਲੇ ਤੱਕ ਪਤਾ, ਪਰ ਇਹ ਜੇ ਦੇਖਿਆ ਜਾਵੇ ਇਹ ਵੀ 99% ਮੈਚ ਹੋ ਰਿਹਾ ਜੀ। ਪਹਿਲੇ ਵਾਲਾ ਤਾਂ 100 ਹੀ ਹੋ ਗਿਆ ਜੀ, ਦੂਸਰੇ ਨੂੰ ਆਪਾਂ 90 ਕਹਿ ਦਿੰਦੇ ਆ। ਕਿਉਂ, ਕਿਉਂਕਿ ਫਰੀਜ਼ ਸਾਰੇ ਨਹੀਂ ਹੁੰਦੇ, ਫਰੀਜ਼ ਸਿਰਫ ਐਂਫੀਬੀਅਨ ਹੁੰਦੇ ਆ, ਰੈਪਟਾਈਲ। ਸੀ ਚ ਕਹਿੰਦੇ ਜੀ ਇੱਥੇ ਜਿਹੜੇ ਜਾਨਵਰ ਰਹਿੰਦੇ ਉਹ ਮੇਨਲੀ ਹੈ ਹੀ ਰੈਪਟੈਲੀਅਨ। ਆਹ ਤਾਂ ਜਮਾ ਹੀ ਨਹੀਂ, ਆ ਤਾਂ ਰੀਡਿੰਗ ਆਪਾਂ ਨੂੰ ਦੱਸ ਹੀ ਨਹੀਂ ਰਹੀ ਇਹਦੇ ਬਾਰੇ ਜੀ। ਅਗਲਾ ਕਹਿੰਦਾ ਜੀ ਇੱਥੇ ਮੋਸਟਲੀ ਆਹ ਤਾਂ ਜਮਾ ਹੀ ਨਹੀਂ ਨਾ, ਆਹ ਤਾਂ ਜਮਾ ਹੀ ਕ੍ਰੋਸ ਹੋ ਗਏ ਹੁਣ ਦੋ, ਤਾਂ ਤੁਹਾਡੇ ਕੋਲੇ ਦੋਵਾਂ ਦੇ ਵਿੱਚ ਰਹਿ ਗਿਆ ਜੀ। ਤੇ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਚੀਜ਼ ਤੈਅ ਆ ਕਿ ਤੁਸੀਂ ਫਾਈਨਲ ਚ ਏਦਾਂ ਦੀ ਪ੍ਰੋਬਲਮ ਦੇ ਵਿੱਚ ਫਸੋਗੇ ਜੀ। ਤਾਂ ਹੁਣ ਕੀ ਲਾਵਾਂ ਜੀ ਇਹਨਾਂ ਚ, ਹਾਂਜੀ ਜੀ ਇਨਹੋਸਪਿਟਾਈਲ ਜਿਹੜਾ ਹੁੰਦਾ ਨਾਟ ਫ੍ਰੈਂਡਲੀ, ਬਿਲਕੁਲ ਜੀ। ਹਸਪੀਟਲ ਤੇ ਇਨਹੋਸਪਿਟਾਈਲ ਜਾਨੀ ਕਿ ਜਿਹੜਾ ਇਨਹੋਸਪਿਟੇਬਲ ਵਰਡ ਆ ਉਹਦਾ ਮਤਲਬ ਹੈਗਾ ਜੋ ਚੀਜ਼ ਕਾਫੀ ਖਤਰਨਾਕ ਹੁੰਦੀ ਹੈ। ਇਹਦਾ ਸਿਨੋਨਿਮ ਆ ਐਕਸਟ੍ਰੀਮਲੀ ਡਿਫਿਕਲਟ, ਨਾਟ ਫੇਵਰੇਬਲ। ਹਾਂਜੀ, ਕਿਹੜਾ ਲਾਵਾਂ ਜੀ ਦੋਨਾਂ ਚ, ਮੈਂ ਕਿਹੜਾ ਕਲੋਜ਼ ਲੱਗ ਰਿਹਾ ਹੁਣ ਤੁਹਾਨੂੰ ਜੀ ਜ਼ਿਆਦਾ, ਇਹ ਲੱਗ ਰਿਹਾ ਸੀ ਫਾਈਨਲ ਦੇ ਵਿੱਚ ਇਹਦੇ ਆ ਸਿਚੁਏਸ਼ਨ ਪੈਦਾ ਹੋਣੀ 100% ਤੈਅ ਹੈ ਜੀ। ਉਹਦੇ ਵਿੱਚ ਜੇ ਤੁਹਾਨੂੰ 1% ਵੀ ਕੋਈ ਆਪਸ਼ਨ ਦੋਨਾਂ ਦੇ ਵਿੱਚੋਂ ਜ਼ਿਆਦਾ ਲੱਗ ਰਹੀ ਆ ਤਾਂ ਤੁਹਾਡੀ ਜਿਹੜੀ ਵੇਟੇਜ ਆ ਜੀ ਉਹ ਫਿਰ ਉਹਦੇ ਵੱਲ ਹੀ ਜਾਊਗੀ ਜਿਹੜੀ 1% ਵੀ ਜ਼ਿਆਦਾ ਹੈ। ਲੱਗ ਗਿਆ ਪਤਾ ਜੀ ਸਾਰਿਆਂ ਨੂੰ, ਕਲੀਅਰ ਹੈ ਜੀ? ਹਾਂਜੀ ਸਰ। ਅੱਗੇ ਚੱਲਦੇ ਜੀ, ਕੀ ਕਹਿੰਦੇ ਜੀ ਉਹ ਧਿਆਨ ਨਾਲ ਦੇਖਿਓ। ਕਹਿੰਦੇ ਵੇਅਰ ਡੂ ਲੈਮਿੰਗਸ ਲਿਵ, ਲੈਮਿੰਗਸ ਕਿੱਥੇ ਰਹਿੰਦੇ ਆ ਜੀ ਕਹਿੰਦੇ, ਚਲੋ ਜਾ ਕੇ ਦੇਖ ਕੇ ਆਈਏ। ਕੁਐਸਚਨ ਤਾਂ ਦੇਖੋ ਤੇ ਬਹੁਤ ਸੌਖਾ ਲੱਗ ਰਿਹਾ ਜੀ ਕਿ ਲੈਮਿੰਗਸ ਕਿੱਥੇ ਰਹਿੰਦੇ ਆ, ਬਸ ਇਹ ਚੀਜ਼ ਦੇਖ ਕੇ ਆਉਣੀ ਆਪਾਂ। ਚਲੋ ਜੀ ਜਾ ਕੇ ਦੇਖ ਕੇ ਆਈਏ। ਆਪਣੇ ਕੋਲੇ ਕੀਵਰਡ ਇਹਦਾ ਆ ਦੇਖੋ ਜੀ, ਕੀਵਰਡ ਆਪਾਂ ਇਹਦਾ ਕੀਤਾ ਪਿਆ ਆਪਣੇ ਕੋਲ ਲੈਮਿੰਗ। ਹਾਂਜੀ ਜੀ, ਤੇ ਕੀ ਕਹਿੰਦੇ ਜੀ ਧਿਆਨ ਨਾਲ ਦੇਖਿਓ ਜੀ, ਆਪਾਂ ਸਟਾਰਟਿੰਗ ਵਾਲੀ ਲੈਣੀ ਪੜਾਂਗੇ ਜਿੱਥੋਂ ਇਹ ਸ਼ੁਰੂ ਹੁੰਦੀ ਆ। ਕਹਿੰਦੇ ਲੈਸ ਦੈਨ ਹਾਫ ਏ ਮੀਟਰ,
ਅੱਛਾ 1 ਮੀਟਰ ਦੇ ਵਿੱਚ ਕਿੰਨੇ ਹੁੰਦੇ ਆ ਜੀ 100 ਸੈਂਟੀਮੀਟਰ ਹੁੰਦੇ ਆ ਤੇ ਹਾਫ ਮੀਟਰ ਕਿਹਨੂੰ ਕਹਿ ਦਿੰਦੇ ਹੁੰਦੇ ਆ ਉਹ ਤੁਸੀਂ ਮੈਨੂੰ ਦੱਸਣਾ ਜੀ ਧਿਆਨ ਨਾਲ ਦੇਖਿਓ ਜੀ ਕਹਿੰਦੇ ਜੀ ਲੈਸ ਦੈਨ ਹਾਫ ਏ ਮੀਟਰ ਬਨੀਥ ਦਾ ਮਤਲਬ ਨੀਚੇ ਸਰਫੇਸ ਆਫ ਦਾ ਸਨੋ ਤੋਂ ਕਹਿੰਦੇ ਹਾਫ ਮੀਟਰ ਨੀਚੇ ਅ ਫਰੀ ਵਾਈਟ ਕ੍ਰੇਚਰ ਹੈ ਜੀ ਕਹਿੰਦੇ ਹਾਲੇ ਤੱਕ ਨਾਮ ਨਹੀਂ ਲਿਖਿਆ ਹੁੰਦਾ ਕ੍ਰੇਚਰ ਕਿਹੜੀ ਆ ਉਹ ਨੋ ਬਿਗਰ ਦੈਨ ਏ ਹੈਮਸਟਰ ਤੋਂ ਵੱਡੇ ਨਹੀਂਗੇ ਉਹ ਜਾਣ ਕੇ ਉਹਨੂੰ ਕਿਸੇ ਹੋਰ ਸਪੀਸੀਜ਼ ਨਾਲ ਕੰਪੇਅਰ ਕਰੀ ਜਾਂਦੇ ਕਹਿੰਦੇ ਜੀ ਓਕੇ ਸਕ੍ਰੈਂਸ ਅਲੋਂਗ ਏ ਟਨਲ ਕਹਿੰਦੇ ਇਟ ਇਜ਼ ਅ ਕੋਲਡ ਲੈਮਿੰਗ ਇਹ ਕਹਿੰਦੇ ਲੈਮਿੰਗ ਹੁੰਦੇ ਆ ਜੀ ਕਹਿੰਦੇ ਚਲੋ ਜਾਨੀ ਕਿ ਲੈਮਿੰਗ ਕਿੱਥੇ ਰਹਿੰਦੇ ਆ ਪਹਿਲੀ ਲਾਈਨ 'ਚ ਕਿੱਥੇ ਕੀ ਲਿਖਿਆ ਪਿਆ ਵਾ ਲੈਸ ਦੈਨ ਹਾਫ ਏ ਮੀਟਰ ਬਨੀਥ ਦਾ ਸਰਫੇਸ ਆਫ ਦਾ ਸਨੋ ਇਹ ਕਹਿੰਦੇ ਵਾਈਟ ਕ੍ਰੇਚਰ ਆ ਵਾਈਟ ਕ੍ਰੇਚਰ ਇਹ ਹੈ ਇਹ ਜੀ ਆ ਜਿਹੜੀ ਹੈਮਸਟਰ ਆ ਹੈਮਸਟਰ ਤੋਂ ਇਹ ਵੱਡੀ ਨਹੀਂ ਹੈਗੀ ਤੇ ਹੈ ਕੀ ਹੈ ਜੀ ਇਹ ਗਾਂ ਵਾਲੀ ਲਾਈਨ 'ਚ ਦੱਸ ਰਿਹਾ ਕਿ ਇਹ ਲੈਮਿੰਗ ਹੈ ਜੀ ਕਹਿੰਦੇ ਯਾਨੀ ਕਿ ਲੈਮਿੰਗ ਕਿੱਥੇ ਰਹਿੰਦੇ ਆ ਲੈਸ ਦੈਨ ਹਾਫ ਏ ਮੀਟਰ ਬਨੀਥ ਦਾ ਸਰਫੇਸ ਆਫ ਦਾ ਸਨੋ ਚਲੋ ਜਾ ਕੇ ਦੇਖੀਏ ਜੀ ਉੱਧਰ ਅੱਛਾ ਪਹਿਲੀ ਸ਼ਰਤ ਤੁਹਾਨੂੰ ਥੋੜੀ ਘੱਟ ਦਿਖਦੀ ਹੋਵੇ ਕੱਟੀ ਗਈ ਥੋੜੀ ਜੀ ਬਟ ਆ ਦੇਖਿਓ ਇਹਦੇ ਲਿਖਿਆ ਔਨ ਦਾ ਸਰਫੇਸ ਆਫ ਦਾ ਸਨੋ ਦੇ ਸਰਫੇਸ ਦੇ ਉੱਪਰ ਵੈਸੇ ਕ੍ਰਾਸ ਕਰ ਦੇਣਾ ਚਾਹੀਦਾ ਜੀ ਕਿਉਂ ਕਿਉਂਕਿ ਉਹ ਤਾਂ ਸਰਫੇਸ ਦੇ ਨੀਚੇ ਰਹਿੰਦੇ ਆ ਨਾ ਸਨੋ ਦੇ ਉਹਦੇ ਉੱਪਰ ਥੋੜੀ ਰਹਿੰਦੇ ਆ ਅੱਛਾ ਸੀ ਦੇ ਵਿੱਚ ਹਾਂ ਦੇਖੋ ਆ ਆਪਣੀ ਪਹਿਲੇ ਨੰਬਰ ਵਾਲੀ ਹੋ ਗਈ ਜੀ ਬੀ ਨੰਬਰ 'ਚ ਕੀ ਕਿਹਾ ਜੀ ਕਹਿੰਦੇ ਜੀ ਉਹ ਟਨਲ ਦੇ ਵਿੱਚ ਰਹਿੰਦੀਆਂ ਵਾ ਤੇ ਟਨਲ ਕਹਿੰਦੇ ਕਿਹਦੇ ਨੀਚੇ ਆ ਫਰੋਜ਼ਨ ਓਸ਼ਨ ਤੇ ਇਹ ਤਾਂ ਆਪਾਂ ਨੂੰ ਕੋਈ ਗੱਲ ਹੀ ਨਹੀਂ ਕੀਤੀ ਜੀ ਉੱਧਰ ਅੱਗੇ ਜਾ ਕੇ ਦੇਖੀਏ ਜੀ ਕਹਿੰਦੇ ਵਾਈਡ ਟਨਲ ਆ ਉਹ ਪਹਿਲੀ ਗੱਲ ਤੱਕ ਟਨਲ ਦਾ ਆਪਾਂ ਨੂੰ ਉਧਰ ਸਾਈਜ਼ ਨਹੀਂ ਦੱਸਿਆ ਕਿ ਉਹ ਟਨਲ ਨੈਰੋ ਆ ਕਿ ਵਾਈਡ ਆ ਅੱਗੇ ਜਾ ਕੇ ਕਹਿੰਦੇ ਡੀਪ ਅੰਡਰਗਰਾਉਂਡ ਆ ਤਾਂ ਜਮਾਂ ਹੀ ਨਹੀਂ ਨਾ ਹੀ ਆਪਾਂ ਨੂੰ ਆ ਵਾਈਡ ਵਗੈਰਾ ਉਧਰ ਕਿਹਾ ਜੀ ਉਹਨਾਂ ਨੇ ਇਹ ਜਿਹੜੇ ਐਡਜੈਕਟਿਵ ਜ਼ਿਆਦੇ ਲਾਈ ਜਾਂਦੇ ਜਾਣਬੁੱਝ ਕੇ ਤੇ ਜੇ ਡਾਊਟ ਵਿੱਚ ਆ ਤਾਂ ਆਪਾਂ ਇਹਨੂੰ ਰੱਖ ਲੈਨੇ ਇਹਦੇ ਤੇ ਆਪਾਂ ਨੂੰ 50% ਦੇ ਸ਼ੱਕ ਪੈ ਰਹੀ ਆ ਆਪਾਂ ਨੂੰ ਇਦਾਂ ਕਰ ਲੈ ਡੀ 'ਚ ਕਹਿੰਦੇ ਜੀ ਇਹ 50 ਸੈਂਟੀਮੀਟਰ ਉਹਨਾਂ ਨੇ ਕਿਹਾ ਸੀਗਾ ਜੀ ਹਾਫ ਆ ਮੀਟਰ ਤੁਸੀਂ ਮੈਨੂੰ ਦੱਸਿਓ ਜੇ ਕੁਝ ਰਲ ਰਿਹਾ ਹੋਵੇ ਤਾਂ ਜੀ 50 ਸੈਂਟੀਮੀਟਰ ਬਿਲੋ ਦਾ ਮਤਲਬ ਬਨੀਥ ਇੱਕ ਪ੍ਰੈਪੋਜੀਸ਼ਨ ਹੈ ਜਿਹਦਾ ਮਤਲਬ ਥੱਲੇ ਸਰਫੇਸ ਆਫ ਦਾ ਸਨੋ ਹੁਣ ਜ਼ਿਆਦਾਤਰ ਬੱਚੇ ਤਾਂ ਆ 50 ਵੇਖ ਕੇ ਨਹੀਂ ਲੰਮਦੇ ਕਿ ਸਾਨੂੰ ਕਿਹੜਾ ਸਰ ਉਧਰ ਕੋਈ ਫਿਗਰ ਦਿੱਤੀ ਸੀਗੀ ਜੀ 50 ਸੈਂਟੀਮੀਟਰ ਕਿਹੜਾ ਆਨਸਰ ਹੈ ਜੀ ਇਹਦਾ ਸਰ ਡੀ 50 ਸੈਂਟੀਮੀਟਰ ਡੀ ਸਰ ਹਾਂਜੀ ਅੱਧਾ ਹੋ ਗਿਆ ਨਾ 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਆ ਜੀ ਤੇ ਹਾਂਜੀ ਹਾਫ ਮੀਟਰ 'ਚ ਸਿਰਫ 50 50 ਸੈਂਟੀਮੀਟਰ ਹੋ ਗਏ ਹਾਂਜੀ ਹਾਂਜੀ ਤੇ ਇਹ ਆਪਣਾ ਆਨਸਰ ਹੈ ਥੋੜਾ ਜਿਹਾ ਬਸ ਨਿੱਕਾ ਜਿਹਾ ਟ੍ਰੈਪ ਸੀ ਜਿਹੜਾ ਵੈਸੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੀ ਹੈ ਬਹੁਤ ਜ਼ਿਆਦਾ ਸੌਖੀ ਚੀਜ਼ ਹੈ ਚਲੋ ਜੀ ਜਾ ਕੇ ਦੇਖਦੇ ਹਾਂ ਬਟ ਨਿੱਕੀਆਂ ਨਿੱਕੀਆਂ ਚੀਜ਼ਾਂ ਕਈ ਵਾਰੀ ਬੱਚਾ 50 ਤਾਂ ਵੈਸੇ ਉਹਨੂੰ ਇਦਾਂ ਹੀ ਸਮਝਦਾ ਕਿ ਨਹੀਂ 50 ਤੋਂ ਕੋਈ ਗੱਲ ਹੀ ਨਹੀਂ ਹੋਈ ਉਧਰ ਜਿਵੇਂ ਪਹਿਲੇ ਦੇ ਵਿੱਚ A ਤੇ B ਦੋਨੇ ਲੱਗਦੇ ਸੀ ਜੀ ਆਪਣੇ ਕੋਲ ਚਲੋ ਜੀ ਜਾ ਕੇ ਦੇਖਦੇ ਹਾਂ ਹੁਣ ਅੱਗੇ ਕੀ ਕਹਿੰਦੇ ਜੀ ਹਾਂਜੀ ਨੈਕਸਟ ਦੇਖਿਓ ਜੀ ਕੀ ਕਿਹਾ ਜੀ ਉਹਨਾਂ ਨੇ ਕਹਿੰਦੇ ਫਰ ਕੀ ਹੁੰਦੀ ਹੈ ਜੀ ਕਹਿੰਦੇ ਚਲੋ ਜਾ ਕੇ ਦੇਖਦੇ ਹਾਂ ਜੀ ਉਧਰ ਵੀ ਫਰਕ ਕੀ ਹੈ ਤਾਂ ਫਰ ਆਪਣੇ ਕੋਲੇ ਉਧਰ ਜੀ 3-4 ਥਾਵਾਂ ਤੇ ਲਿਖਿਆ ਪਿਆ ਸੀਗਾ ਜੀ ਜਦੋਂ ਕੁਐਸਚਨ ਲੌਂਗ ਹੋਵੇ ਉਹਦਾ ਬੈਨੀਫਿਟ ਹੁੰਦਾ ਵਾ ਜਦੋਂ ਕੁਐਸਚਨ ਸ਼ਾਰਟ ਹੋਵੇ ਉਹਦੀ ਡਰਾਬੈਕ ਹੁੰਦੀ ਹੈ ਜੀ ਕਿਉਂ ਹੁਣ ਦੇਖੋ ਤੁਹਾਡੇ ਤੋਂ ਉਹਨਾਂ ਨੇ ਸਿਰਫ ਇੰਨਾ ਪੁੱਛਿਆ ਵੀ ਫਰਕ ਕੀ ਹੈ ਜੀ ਫਰਕ ਤਾਂ ਉਧਰ ਕਿੰਨੀਆਂ ਥਾਵਾਂ ਤੇ ਲਿਖੀ ਪਈ ਹੈ ਹੁਣ ਤੁਹਾਨੂੰ ਦੇਖਣਾ ਪੈਣਾ ਜੀ ਵੀ ਕਿਹੜੀ ਜਗ੍ਹਾ ਤੇ ਤੁਹਾਨੂੰ ਦੱਸਿਆ ਵੀ ਫਰ ਹੁੰਦੀ ਕੀ ਹੈ ਜੀ ਚਲੋ ਜੀ ਜਾ ਕੇ ਦੇਖਦੇ ਉਧਰ ਆਪਾਂ ਤਾਂ ਆਪਣੇ ਕੋਲੇ ਫਰ ਇੱਥੋਂ ਲਾਸਟ ਇੱਥੋਂ ਸਟਾਰਟ ਹੋਈ ਸੀ ਜੀ ਆਪਣੇ ਕੋਲੇ ਆਹ ਵਾਲੀ ਚੀਜ਼ ਤੋਂ ਫਰ ਸਟਾਰਟ ਹੋ ਰਹੀ ਹੈ ਚਲੋ ਜਾ ਕੇ ਪੜ੍ਹੀਏ ਜੀ ਕਹਿੰਦੇ ਜੀ ਇੱਥੇ ਲਿਖਿਆ ਪਿਆ ਫਰ ਇਜ਼ ਦਾ ਲਾਈਫ ਪ੍ਰੀਜ਼ਰਵਰ ਲਾਈਫ ਦਾ ਮਤਲਬ ਜ਼ਿੰਦਗੀ ਤੇ ਪ੍ਰੀਜ਼ਰਵਰ ਦਾ ਮਤਲਬ ਬਚਾਉਣ ਵਾਲੀ ਚੀਜ਼ ਯਾਨੀ ਕਿ ਫਰ ਕੀ ਹੁੰਦੀ ਆ ਲਾਈਫ ਨੂੰ ਬਚਾਉਣ ਵਾਲੀ ਹੁੰਦੀ ਹੈ ਜੀ ਫਰ ਇੱਕ ਤਰ੍ਹਾਂ ਦੀ ਸੇਵ ਕਰਦੀ ਹੈ ਲਾਈਫ ਨੂੰ ਕਿਹਦੇ ਤੋਂ ਆਹ ਵਾਲੀ ਚੀਜ਼ ਆਫ ਦਾ ਜਾਨੀ ਕਿ ਆਰਟਿਕ ਫਰ ਵੈਸੇ ਜੱਤ ਨੂੰ ਕਹਿ ਦਿੰਦੇ ਜਾਨਵਰਾਂ ਦੀ ਜਿਹੜੀ ਜੱਤ ਹੁੰਦੀ ਹੈ ਨਾ ਉਹਨੂੰ ਫਰ ਕਹਿ ਦਿੰਦੇ ਆ ਤਾਂ ਪਹਿਲੀ ਜਗ੍ਹਾ ਤੋਂ ਤਾਂ ਮੈਨੂੰ ਪਤਾ ਲੱਗ ਗਿਆ ਜੀ ਫਰ ਇਹਨਾਂ ਨੇ ਕੀ ਇੱਥੇ ਠਹਿਰਾਇਆ ਇਹਨਾਂ ਨੂੰ ਕਿ ਇੱਕ ਲਾਈਫ ਪ੍ਰੀਜ਼ਰਵਰ ਜਾ ਕੇ ਮੈਚ ਕਰਕੇ ਉਹਨੇ ਕਿ ਕੀ ਕੋਈ ਮੈਚ ਹੁੰਦਾ ਜੀ ਜੇ ਨਾ ਮੈਚ ਹੋਇਆ ਆਪਾਂ ਨੂੰ ਗਾਉਂ ਜਾ ਕੇ ਪੜ੍ਹਨਾ ਪੈਣਾ ਜੀ ਤਾਂ ਇੱਥੇ ਇਹਨਾਂ ਨੇ ਆਪਣੇ ਕੋਲੇ ਕਿਹਾ ਜੀ ਇਹ ਥਿਕ ਲੇਅਰ ਆਫ ਹੇਅਰ ਆ ਪਹਿਲੀ ਗੱਲ ਤਾਂ ਜਿੰਨੀ ਲਾਈਨ ਹਲੇ ਮੈਂ ਪੜ੍ਹੀ ਆ ਵੀ ਫਰ ਇੱਕ ਲਾਈਫ ਪ੍ਰੀਜ਼ਰਵਰ ਆ ਉਹਦੇ ਵਿੱਚ ਤਾਂ ਕਿਤੇ ਨਹੀਂ ਮੈਂਸ਼ਨ ਕੀਤਾ ਇਹ ਕਾਮਨ ਹੀ ਹੁੰਦੀ ਆ ਸਾਰੇ ਜਾਨਵਰਾਂ 'ਚ ਨਹੀਂ ਜੀ ਅਨਹੈਲਪਫੁਲ ਉੱਥੇ ਤਾਂ ਹੈਲਪਫੁਲ ਕਿਹਾ ਗਿਆ ਜੀ ਉੱਥੇ ਤਾਂ ਲਾਈਫ ਪ੍ਰੀਜ਼ਰਵਰ ਕਿਹਾ ਗਿਆ ਇਹਨੂੰ
ਕਹਿੰਦੇ ਜੀ ਲਾਈਫ ਪ੍ਰੀਜ਼ਰਵਰ ਹੁੰਦੀ ਆ, ਬਿਲਕੁਲ ਜੀ ਸੇਵ ਹੋ ਗਿਆ, ਬਟ ਕੱਲੇ ਸਮਾਲ ਮੈਮਲਸ ਲਈ ਇਹ ਗੱਲ ਕਿਤੇ ਨਹੀਂ ਕੀਤੀ ਜੀ, ਕਿਉਂਕਿ ਹਾਫ ਦੇਖ ਕੇ ਥੋੜੀ ਲਾ ਦਾਂਗੇ ਹੁਣ ਆਪਾਂ। ਤਾਂ ਇਹ ਇਹਦਾ ਮਤਲਬ ਹਾਲੇ ਤੱਕ ਮੈਨੂੰ ਕਲੈਰਿਟੀ ਪੂਰੀ ਨਹੀਂ ਹੋਈ ਜੀ। ਲਾਈਫ ਪ੍ਰੀਜ਼ਰਵਰ ਜ਼ਰੂਰ ਆਏ, ਇੱਥੋਂ ਤੱਕ ਜ਼ਰੂਰ। ਜੇ ਆਪਾਂ ਨੂੰ ਕੋਈ ਵੀ ਹੋਰ ਚੀਜ਼ ਨਾ ਮਿਲੀ ਫਿਰ ਆਪਾਂ ਨੂੰ ਲੌਕ ਕਰ ਸਕਦੇ ਹਾਂ, ਬਟ ਹਲੇ ਫॉर ਦਾ ਮੂਵਮੈਂਟ ਆਪਾਂ ਨੂੰ ਲੌਕ ਨਹੀਂ ਕਰ ਸਕਦੇ। ਚਲੋ ਜਾ ਕੇ ਦੇਖਦੇ ਹਾਂ ਜੀ ਕਿ ਫਰ ਹੈ ਕੀ ਹੈ ਜੀ, ਅੱਗੇ ਪਿੱਛੇ ਪੜ੍ਹ ਕੇ ਦੇਖਦੇ ਹਾਂ ਜੀ ਉਦੋਂ। ਅੱਛਾ ਸੀ ਵਾਲਾ ਤਾਂ ਵੈਸੇ ਹੀ ਕ੍ਰੋਸ ਕਰ ਦੋ, ਸੀ ਵਾਲੇ ਨੂੰ ਤਾਂ ਵੇਖੋ ਹੀ ਨਾ, ਕਿਉਂ? ਇਹ ਤਾਂ ਕਹੀ ਜਾਂਦੇ ਕਿ ਹੈਲਪਫੁਲ ਹੀ ਨਹੀਂ ਗੀ ਜੀ, ਇਹਨੂੰ ਤਾਂ ਪਹਿਲਾਂ ਹੀ ਕ੍ਰੋਸ ਕਰ ਦੋ ਨਾ। ਤੁਸੀਂ ਜਿੰਨੀ ਵੀ ਹਲੇ ਤੱਕ ਲਾਈਨ ਪੜ੍ਹੀ ਆ ਉੱਥੇ ਤਾਂ ਉਹ ਤੋਂ ਸਾਬਿਤ ਹੋ ਗਿਆ ਕਿ ਹੈਲਪਫੁਲ ਤਾਂ ਇਹ ਚੀਜ਼ ਹੈਗੀ ਹੋਈ ਆ। ਤੁਹਾਡੇ ਕੋਲੇ ਆਪਸ਼ਨਾਂ ਹੁਣ 3 ਰਹਿ ਗਈਆਂ ਜੀ ਦੇਖਣ ਵਾਲੀਆਂ। ਚਲੋ ਜਾ ਕੇ ਦੇਖੀਏ ਜੀ ਕਿ ਇਹ ਕੀ ਹੈ ਜੀ ਫਰ। ਹਾਂਜੀ ਜੀ, ਤਾਂ ਇੱਥੇ ਆਪਾਂ ਨੂੰ ਇਹਨਾਂ ਨੇ ਥੋੜੀ ਜਿਹੀ ਪਿਛਲੀ ਲਾਈਨ ਦੇ ਵਿੱਚ ਦੇਖ ਲਈਏ ਜੀ, ਥੋੜਾ ਜਿਹਾ ਪਿੱਛੇ ਅੱਗੇ ਪਿੱਛੇ ਮੜਾ ਦੇਖ ਲਈਏ। ਅੱਗੇ ਉਹਨਾਂ ਨੇ ਪਿੱਛੇ ਆਪਾਂ ਨੂੰ ਕਿਹਾ ਸੀ ਜੀ ਫਰ ਪਿਛਲੀਆਂ ਲਾਈਨਾਂ 'ਚ ਵੈਸੇ ਕਿਸੇ ਦਿਖ ਨਹੀਂ ਰਿਹਾ ਜੀ ਆਪਾਂ ਨੂੰ। એનર્ਜੀ ਥਿਕ ਇਨਸੂਲੇਟਿੰਗ ਕੋਟ ਹੁੰਦਾ ਕਹਿੰਦੇ ਆਫ ਫਾਈਨ ਫਰ। ਇਹ ਥਿਕ ਇਨਸੂਲੇਟਿੰਗ ਕੋਟ ਹੈ ਇੱਕ ਤਰ੍ਹਾਂ ਦਾ ਜੀ। ਕੋਟ ਦਾ ਮਤਲਬ ਉਹਨਾਂ ਸਰੀਰ ਦੇ ਆਸੇ-ਪਾਸੇ ਹੁੰਦੀ ਹੈ ਜੀ, ਕਵਰਿੰਗ ਆਲ, ਓਕੇ, ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਦੀ ਹੁੰਦੀ ਜੀ। ਫਰ ਹੈ ਕਿ ਉਹ ਕਹਿੰਦੇ ਲਾਈਫ ਪ੍ਰੀਜ਼ਰਵਰ। ਅੱਗੇ ਜਾ ਕੇ ਦੇਖਦੇ ਜੀ ਕਿਤੇ, ਇੱਥੋਂ ਪਤਾ ਲੱਗ ਗਿਆ ਸੀ ਲਾਈਫ ਪ੍ਰੀਜ਼ਰਵਰ। ਅੱਗੋਂ ਜਾ ਕੇ ਕੋਈ ਵੈਰੀਫਾਈ ਕਰ ਲੈਂਦੇ, ਕਹਿੰਦੇ ਸਿਰਫ ਕਹਿੰਦੇ ਇੱਕ ਸਿੰਗਲ ਕਲਾਸ ਹੀ ਹੈ ਕਹਿੰਦੇ ਜਾਨਵਰਾਂ ਦੀ ਜਿਨ੍ਹਾਂ ਦੇ ਕੋਲੇ ਫਰ ਹੁੰਦੀ ਆ, ਤੇ ਉਹ ਕਿਹੜੇ ਆ ਕਹਿੰਦੇ ਜੀ, ਉਹ ਹੈਗੇ ਆ ਮੈਮਲਸ। ਕਹਿੰਦੇ ਜੀ ਇੱਕ ਸਿੰਗਲ ਪ੍ਰਜਾਤੀ ਹੋਈ ਆ ਕਹਿੰਦੇ ਜਿਨ੍ਹਾਂ ਦੇ ਕੋਲੇ ਇਹ ਚੀਜ਼ ਹੁੰਦੀ ਆ, ਤੇ ਉਹਨਾਂ ਦਾ ਨਾਮ ਕੀ ਹੈ ਜੀ, ਇਹ ਹੈਗੇ ਜੀ ਮੈਮਲ। ਹੁਣ ਜਿਹੜੇ ਫਰ ਆ ਜੀ ਕਹਿੰਦੇ ਕੰਪਰਾਈਜ਼ਡ, ਇਹ ਬਣੀ ਕਾਹਦੀ ਹੁੰਦੀ ਹੈ ਜੀ? ਡੈਂਸ ਦਾ ਮਤਲਬ ਸੰਘਣਾ, ਥਿਕ ਦਾ ਮਤਲਬ ਵੀ ਸੰਘਣਾ ਹੁੰਦਾ ਜੀ। ਡੈਂਸ ਲੇਅਰ ਆਫ ਹੇਅਰ ਇਹਨਾਂ ਦੀ ਬਣੀ ਹੁੰਦੀ ਹੈ ਜੀ। ਡੈਂਸ ਲੇਅਰ ਆਫ ਜਿਹੜੇ ਫੋਲਰੇਸ, ਜਿਨ੍ਹਾਂ ਨੂੰ ਆਪਾਂ ਲੂੰ ਜੇ ਕਹਿ ਦਿੰਦੇ ਹਾਂ ਜੀ, ਮਤਲਬ ਕਿ ਹੇਅਰ ਇਜ਼ ਕੰਪੋਜ਼ਡ ਆਫ, ਗਾਂ ਜਾ ਕੇ ਦੱਸਿਆ ਪਿਆ ਵੀ ਇਹ ਹੇਅਰ ਕਾਹਦੇ ਹੁੰਦੇ ਆ। ਠੀਕ ਹੈ ਜੀ, ਤਾਂ ਹੁਣ ਤੱਕ ਮੈਨੂੰ ਕੀ ਪਤਾ ਲੱਗਿਆ ਜੀ, ਹੁਣ ਉੱਧਰ ਜਾ ਕੇ ਚਾਹੇ ਥੋੜਾ ਜਿਹਾ ਚੱਕਰ ਪਿਆ ਹੋਵੇ, ਧਿਆਨ ਨਾਲ ਦੇਖਿਓ ਜੀ। ਹੁਣ ਪਹਿਲੇ ਚ ਕਹਿ ਰਹੇ ਆ ਜੀ ਕਿ ਇਹ ਥਿਕ ਲੇਅਰ ਹੈ ਜੀ ਕਹਿੰਦੇ ਹੇਅਰ ਦੀ, ਇਹ ਤਾਂ 100% ਮੈਚ ਹੋ ਰਿਹਾ ਜੀ। ਕਹਿੰਦੇ ਜੀ ਇਹ ਸਾਰੇ ਜਾਨਵਰਾਂ ਦੇ ਕੋਲੇ ਹੁੰਦੀ ਹੈ, ਇੱਥੇ ਤਾਂ ਵੈਸੇ ਹੀ ਕ੍ਰੋਸ ਮਾਰ ਦੋ। ਆ ਬੀ ਦੇ ਨਾਲ ਤਾਂ ਕੋਈ ਕੰਟਰੋਵਰਸੀ ਪੈਦਾ ਹੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ, ਕਿਉਂਕਿ ਉਹ ਤਾਂ ਇੱਕ ਸਿੰਗਲ ਕਲਾਸ ਹੈ ਜੀ। ਹੁਣ ਜਦ ਇਹਦੇ ਵਿੱਚ ਲੱਗਿਆ ਜੀ ਸਿਰਫ ਏ ਤੇ ਡੀ ਦੇ ਵਿੱਚ, ਏ ਦੇ ਵਿੱਚ ਉਹਨਾਂ ਦਾ ਕਹਿਣਾ ਜੀ ਇਹ ਥਿਕ ਲੇਅਰ ਆ ਕਿਹਦੀ ਜੀ, ਹੇਅਰ ਦੀ। ਡੀ ਕਹਿੰਦੀ ਜੀ ਇਹ ਲਾਈਫ ਪ੍ਰੀਜ਼ਰਵਰ ਆ ਸਿਰਫ ਸਮਾਲ ਟਿਕ ਮੈਮਲਸ। ਤਾਂ ਦੇਖ ਲਓ ਜੀ ਵੇਟੇਜ 100% ਮੈਂ ਜਾਣਬੁੱਝ ਕੇ ਤੇ 100 ਲਿਖਿਆ ਵਾ ਜੀ। ਤਾਂ ਤੁਸੀਂ ਮੈਨੂੰ ਦੱਸਿਓ ਵੀ ਕੀ ਇਹਦੇ ਵਿੱਚੋਂ ਕਿਤੇ ਕੋਈ ਕਲੂ ਮਿਲ ਰਿਹਾ ਜੀ। ਜੇ ਇਹ ਚੀਜ਼ ਇੱਥੇ ਹੈਪਨ ਹੋਊਗੀ, ਜੇ ਬਾਈ ਚਾਂਸ ਇਹ ਪੈਰਾ ਫਾਈਨਲ ਦੇ ਵਿੱਚ ਰਿਪੀਟ ਹੋ ਗਿਆ ਤਾਂ ਨੈਚੁਰਲ ਦੀ ਗੱਲ ਹੈ ਜੀ, ਇਹ ਚੀਜ਼ ਸੇਮ ਹੀ ਫਾਈਨਲ ਦੇ ਵਿੱਚ ਵੀ ਹੋ ਸਕਦੀ ਹੈ ਜੀ। ਕੀ ਲੱਗ ਰਿਹਾ ਜੀ? ਹਾਂਜੀ ਜੀ ਸਰ ਇਹ ਇਹ ਸਰ ਇਹ ਲੱਗ ਰਿਹਾ ਹੋਰ ਆਰਟਿਕ ਦੀ ਗੱਲ ਕੀਤੀ ਸਰ ਡੀ ਲੱਗਦਾ ਕਿਉਂਕਿ ਸਮਾਲ ਦੀ ਗੱਲ ਨਹੀਂ ਕੀਤੀ ਸਰ ਉਹਦੇ ਚ। ਮਨ ਮੈਂ ਕੀ ਕੀਤਾ ਫਿਰ? ਮੈਂ ਤੁਹਾਨੂੰ ਦੱਸ ਦੂੰ ਦੋਨੋਂ ਕਿਉਂ ਲੱਗਦਾ, ਦੋਨੋਂ ਲੱਗਦੇ ਫਿਰ, ਦੋਨੋਂ ਲੱਗਦੇ ਫਿਰ। ਨਹੀਂ ਸਰ ਦੱਸਦਾ ਮੈਂ ਮੈਂ ਤੁਹਾਨੂੰ ਤੁਹਾਨੂੰ। ਦੋਨੋਂ ਲੱਗਦੇ, ਸਰ ਇਹ 100% ਹੀ ਦੋਨੋਂ ਲੱਗਦੇ ਜੀ। ਕਿਉਂ ਲੱਗਦੇ? 100% ਨਹੀਂ ਨਹੀਂ 100% ਦੋਨੋਂ ਲੱਗਦੇ ਆ, 100% ਦੋਨੋਂ ਲੱਗਦੇ ਆ ਜੀ। ਬਟ ਇੱਕ ਚੀਜ਼ ਇਹਨਾਂ ਨੂੰ ਰਿਮੂਵ ਕਰ ਦਿੰਦੀ ਹੈ ਜੀ, ਇੱਕ ਚੀਜ਼ 100 ਨਹੀਂ ਬਲਕਿ 90% ਹੈ ਜੀ, ਕਿਉਂਕਿ ਉਧਰ ਕਿਤੇ ਨਹੀਂ ਲਿਖਿਆ ਕਿ ਉਹ ਮੈਮਲਸ ਦਾ ਸਾਈਜ਼ ਕੀ ਹੈ ਜੀ। ਮੈਂ ਤੁਹਾਨੂੰ ਵਾਪਸ ਉਧਰ ਲੈ ਕੇ ਜਾਣਾ ਜੀ। 100 ਦੋਨੇ ਲੱਗਦੇ ਆ ਬਟ 100 ਦੋਨੇ ਲਾਏ ਨਹੀਂ ਜਾ ਸਕਦੇ ਜੀ, ਤੁਹਾਨੂੰ ਫਾਈਨਲੀ ਇੱਕ ਚੂਜ਼ ਕਰਨਾ ਪੈਣਾ। ਤੇ ਮੈਂ ਤੁਹਾਨੂੰ ਵਾਪਸ ਲੈ ਕੇ ਜਾਣਾ ਕਿ ਜਿੱਥੇ ਲਿਖਿਆ ਸੀਗਾ ਕਿ ਸਿਰਫ ਇੱਕ ਕਲਾਸ ਆ, ਬਿਲਕੁਲ ਲਾਈਫ ਪ੍ਰੀਜ਼ਰਵਰ ਆ, ਬਿਲਕੁਲ। ਤਾਂ ਮੈਨੂੰ ਦੱਸੋ ਜੀ ਮੈਮਲ ਕਿਹੜੇ ਆ ਜੀ, ਸਮਾਲ ਕੇ ਬਿਗ? ਕਿਉਂਕਿ ਮੈਮਲ ਫਰਦਰ ਬਹੁਤ ਤਰ੍ਹਾਂ ਦੇ ਆ ਜੀ, ਮੈਮਲਸ ਦੇ ਵਿੱਚ ਵੀ ਪ੍ਰਜਾਤੀਆਂ ਹੁੰਦੀਆਂ ਨਾ ਜੀ। ਮੈਮਲਸ ਦਾ ਸਾਈਜ਼ ਕਿੱਥੇ ਲਿਖਿਆ ਜੀ? ਹੁਣ ਯੈਸ ਔਰ ਨੋ ਜੀ, ਕਿਹੜਾ ਨਾਮ ਹੈ ਜੀ? ਹੁਣ ਇਹ ਹੋਣਾ ਜੀ ਨਾਲੋਂ ਜੇ ਮੈਮਲਸ ਦੀ ਗੱਲ ਹੀ ਇੱਕ ਜਗ੍ਹਾ ਤੇ ਸਾਰੀ, ਮਤਲਬ ਕਿ ਰੀਡਿੰਗ ਚ ਮੈਮਲਸ ਹੀ ਇਕੱਲੀ ਕੀਤੀ ਹੋਵੇ, ਸਮਾਲ ਜਾਂ ਬਿਗ ਦੀ ਗੱਲ ਹੀ ਨਾ ਕੀਤੀ। ਵੱਡੇ ਛੋਟੇ ਦੱਸਿਆ ਹੀ ਨਹੀਂ। ਹਾਂ ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਜਦੋਂ ਕੁਐਸਚਨ ਜ਼ਿਆਦਾ ਬੋਲ ਰਿਹਾ ਫਿਰ ਆਪਾਂ ਨੂੰ ਛੱਡਣੀ ਪੈਂਦੀ ਹੈ ਨਾ ਚੀਜ਼, ਯੈਸ ਔਰ ਨੋ।
ਆਪਾਂ ਨੂੰ ਮੈਮਲ ਜੀ ਦੱਸ ਸਰ। ਦਿੰਦੇ ਨਾ, ਜੇ ਆਪਾਂ ਨੂੰ ਮੈਮਲ ਸਮਾਲ ਕਾ ਪਹਿਲੀ ਗੱਲ ਮੈਂ ਤੁਹਾਨੂੰ ਹਮੇਸ਼ਾ ਕਿ ਉਹਨਾਂ ਨੇ ਖੁਦ ਐਲੀਮੀਨੇਟ ਕਰਨ ਦੇ ਲਈ ਇੱਕ ਟ੍ਰਿਕ ਛਪਾ ਕੇ ਰੱਖੀ ਹੋਊਗੀ, ਯੈਸ ਔਰ ਨੋ? ਏਦਾਂ ਕਿਤੇ ਨਹੀਂ ਹੋ ਸਕਦਾ ਜੀ ਵੀ A ਵੀ Sir, ਤੁਹਾਡੀ reptile ਦਾ 100% ਮਤਲਬ ਕੀ ਡਿੱਟੋ ਹੁੰਦਾ? ਆ, C ਵੀ ਤੁਹਾਡੀ 100% ਡਿੱਟੋ ਆ, Reading ਏਦਾਂ ਨਹੀਂ ਨਾਲ ਰੀਡਿੰਗ ਕਰ ਸਕਦੇ। ਤੁਹਾਨੂੰ ਇੱਕ ਨਿੱਕੀ ਜਿਹੀ slide ਫਰਕ ਪਾਊਗੀ ਉਧਰ। ਕਲੀਅਰ ਹੈ Sir, ਜੀ ਸਾਰਿਆਂ ਨੂੰ? reptile ਦਾ ਮਤਲਬ ਕੀ ਹੁੰਦਾ? ਮੈਮਲਸ ਦਾ ਨਾਮ ਹੈ। ਰੇਂਗ ਕੇ ਚੱਲਦੇ ਆ ਜੀ, ਮੈਮਲਸ ਜਿਹੜੇ ਹੁੰਦੇ ਨੇ ਰੇਂਗ ਦੋ ਜਗ੍ਹਾ ਵਾਲੇ। ਜਿਹੜੇ ਜ਼ਮੀਨ ਨਾਲ ਤੇ- ਟੱਚ ਕਰਕੇ ਆਪਣੀ ਜਿਹੜਾ ਉਹ ਹੁੰਦਾ ਉਹਨਾਂ ਦਾ ਟਮੀ ਨੂੰ ਟੱਚ ਕਰਵਾ ਕੇ ਚੱਲਦੇ ਹੁੰਦੇ, ਜਿਵੇਂ ਸਨੇਕ snake ਵਗੈਰਾ ਹੋ ਗਿਆ। ਠੀਕ ਹੈ ਜੀ। ਓਕੇ ਜੀ, ਤਾਂ ਮੈਂ ਰਿਪੀਟ ਕਰਦਾ ਜੇ ਕਿ ਧਿਆਨ ਨਾਲ ਦੇਖਿਓ ਜੀ। ਮਤਲਬ ਉਹਦਾ ਸਾਹਮਣਾ ਕਰਨਾ, ਕਿਹੜਾ ਜੀ? ਸਾਹਮਣਾ ਕਰਨਾ, ਫੇਸ ਤੁਹਾਡੀ ਆਵਾਜ਼ ਕੱਟ ਕੇ ਆਉਂਦੀ ਜੀ, ਆਵਾਜ਼। ਟੋਲਰੈਂਸ। ਟੋਲਰੈਂਸ ਦਾ ਮਤਲਬ ਹੁੰਦਾ ਸਹਿਣ ਕਰਨਾ ਕਿਸੇ ਚੀਜ਼ ਨੂੰ ਜੀ, ਸਹਿਣ ਕਰਨਾ। ਤਾਂ ਧਿਆਨ ਨਾਲ ਦੇਖਿਓ ਜੀ, ਮੈਂ ਰਿਪੀਟ ਕਰੂੰਗਾ ਜੀ। ਥਿਕ ਲੇਅਰ ਆਫ ਹੇਅਰ, ਬਿਲਕੁਲ ਜੀ। ਆਹ ਵਾਲੀ ਚੀਜ਼ ਬਿਲਕੁਲ, ਤੇ ਆਹ ਵੀ ਮੈਚ ਹੋ ਗਿਆ, ਬਟ ਡੀ ਦੇ ਵਿੱਚੋਂ ਆਹ ਚੀਜ਼ ਦੀ ਜਸਟੀਫਿਕੇਸ਼ਨ ਰੀਡਿੰਗ ਚੋਂ ਨਹੀਂ ਮਿਲ ਰਹੀ, ਆਹ ਵਾਲਾ ਆਪਣਾ ਲੌਕ ਹੋ ਗਿਆ ਜੀ। ਫਾਈਨਲ ਚ ਜੇ ਏਦਾਂ ਦੀ ਸਿਚੁਏਸ਼ਨ ਹੈਪਨ ਹੁੰਦੀ ਆ ਤਾਂ ਉਹਦੇ ਵਿੱਚੋਂ ਇੱਕ ਸਿੰਗਲ ਏਦਾਂ ਦਾ ਵਰਡ ਪੜੋ ਜੀ, ਜਿਹੜਾ ਰੀਡਿੰਗ ਨੇ ਉਧਰ ਜਾਣਬੁੱਝ ਕੇ ਹਾਈਡ ਕੀਤਾ ਹੋਇਆ, ਜਾਂ ਤੁਹਾਡੀ ਰੀਡਿੰਗ ਉਹਦਾ ਆਨਸਰ ਦੇ ਹੀ ਨਹੀਂ ਰਹੀ। ਤਾਂ ਦੋਵਾਂ ਦੇ ਵਿੱਚੋਂ ਨਿਕਲਣ ਦੀ ਕੋਈ ਟ੍ਰਿਕ ਤਾਂ ਹੈਗੀ ਹੈ। ਜੇ ਦੋਨੇ ਡਿੱਟੋ ਹੀ 100% ਮਿਲੇ ਪਏ ਆ, ਉਹ ਕੁਐਸਚਨ ਹੀ ਗਲਤ ਹੈ ਜੀ, ਸਮਝ ਲਓ। ਫਿਰ ਏਦਾਂ ਹੀ ਹੋ ਸਕਦਾ, ਹੋਰ ਤਾਂ ਕੌਣ ਨਹੀਂ ਹੋ ਸਕਦੀ। ਜਾਂ ਫਿਰ ਤੁਹਾਨੂੰ ਫਿਰ ਉਹਦੇ ਵਿੱਚੋਂ ਵੈਸੇ ਤੁੱਕਾ ਲਾਉਣਾ ਪੈਣਾ ਜੀ। ਪਹਿਲੀ ਗੱਲ ਤਾਂ ਏਦਾਂ ਹੁੰਦਾ ਨਹੀਂ ਜੀ, ਕਿਉਂਕਿ ਇੱਕ ਸਿੰਗਲ ਵਰਡ ਨਾਲ ਤਾਂ ਹੇਰਾਫੇਰੀ ਕਰੂਗੀ ਨਾ ਰੀਡਿੰਗ, ਤਾਂ ਜਿਵੇਂ ਇਹਦੇ ਵਿੱਚ ਕੀਤੀ ਜੀ। ਤਾਂ 99% ਬੱਚਿਆਂ ਨੇ ਇਹਦਾ ਲਾ ਕੇ ਆਉਣਾ ਸੀਗਾ ਜੀ ਆਹ ਵਾਲਾ, ਬਟ ਵੈਸੇ 99 ਨੇ ਆਹ ਦੋਨੇ ਹੀ ਲਾਉਣੇ ਸੀ। ਫਾਈਨਲ ਦੇ ਵਿੱਚ ਆ ਦੋਨੇ ਹੀ ਫਸ ਜਾਂਦੀ ਜੀ ਆ, ਬਟ ਆਹ ਵਾਲੀ ਚੀਜ਼ ਇੱਥੋਂ ਬਾਹਰ ਕੱਢ ਦਿੰਦੀ ਹੈ ਜੀ। ਹਾਂਜੀ, ਅੱਗੇ ਚੱਲਦੇ ਆ। ਫਿਰ ਤਾਂ ਜਦੋਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਰੀਡਿੰਗ ਦਾ ਨੇਚਰ ਕਿੱਦਾਂ ਦਾ ਵਾ, ਤਾਂ ਨੈਕਸਟ ਕੁਐਸਚਨਾਂ ਦੇ ਲਈ ਬਹੁਤ ਜ਼ਿਆਦਾ ਅਲਰਟ ਹੋ ਜਾਈਦਾ ਹੁੰਦਾ, ਕਿਉਂਕਿ ਫਿਰ ਕੋਈ ਨਹੀਂ ਪਤਾ ਕਿ ਕੀ ਚੀਜ਼ ਲਿਖੀ ਪਈ ਹੈ ਜੀ। ਆ ਇੱਧਰ ਛੱਡ ਕੱਲਾ ਬੈਡ ਨਾਲ ਹੀ ਪੰਗਾ ਲਿਆ ਪਿਆ ਹੋਵੇ, ਕੱਲਾ ਵੈਰੀ ਨਾਲ ਹੀ ਪੰਗਾ ਲਿਆ ਪਿਆ ਹੋਵੇ, ਇਹ ਫਿਰ ਕੋਈ ਨਹੀਂ ਪਤਾ ਲੱਗਦਾ ਹੁੰਦਾ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਨੈਕਸਟ ਕੁਐਸਚਨ, ਅਲਰਟ ਹੋ ਜਿਓ। ਕਹਿੰਦੇ ਜੀ ਵਾਈ ਇਜ਼ ਟ੍ਰੈਪਡ ਏਅਰ ਅ ਗੁੱਡ ਇਨਸੂਲੇਟਰ? ਕਹਿੰਦੇ ਜਿਹੜੀ ਟ੍ਰੈਪਡ ਏਅਰ ਆ ਉਹ ਕਿਉਂ ਕਹਿੰਦੇ ਇੱਕ ਗੁੱਡ ਇਨਸੂਲੇਟਰ ਆ? ਰੀਜ਼ਨ ਪਤਾ ਕਰਕੇ ਆਉਣਾ ਜੀ। ਚਲੋ ਜਾ ਕੇ ਦੇਖਦੇ ਹਾਂ ਜੀ। ਜਿਹੜੀ ਟ੍ਰੈਪ ਹੋਈ ਵੀ ਹਵਾ ਵਾ ਕਹਿੰਦੇ ਉਹ ਗੁੱਡ ਇਨਸੂਲੇਟਰ ਕਿਉਂ ਆ? ਚਲੋ ਜਾ ਕੇ ਦੇਖੀਏ ਜੀ ਉੱਥੇ। ਤਾਂ ਆਪਣੇ ਕੋਲੇ ਆ ਪਿਆ ਜੀ, ਇੱਕ ਜਗ੍ਹਾ ਤੇ ਇਨਸੂਲੇਟਰ ਆਹ ਪਿਆ ਜੀ, ਇੱਕ ਜਗ੍ਹਾ ਤੇ ਜੀ ਆਹ ਪਿਆ। ਜੇ ਕਿਤੇ ਗਾਂ ਹੋਇਆ ਤਾਂ ਆਪਾਂ ਗਾਂ ਵੀ ਪੜ੍ਹ ਲਾਂਗੇ ਜੀ, ਜੇ ਆਪਾਂ ਨੂੰ ਇੱਥੋਂ ਤੱਕ ਆਨਸਰ ਨਾ ਲੱਭਿਆ ਤਾਂ। ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਜੀ। ਕਹਿੰਦੇ ਇਨਸੂਲੇਟਰ ਪ੍ਰੋਵਾਈਡਡ ਬਾਈ ਫਰ, ਫਰ ਦੇ ਦੁਆਰਾ ਇਨਸੂਲੇਸ਼ਨ ਯਾਨੀ ਕਿ ਪ੍ਰੋਵਾਈਡ ਕੀਤੀ ਗਈ ਹੁੰਦੀ ਆ। comes not from the fur itself, ਇਹ ਜਿਹੜੀ ਇਨਸੂਲੇਸ਼ਨ ਹੁੰਦੀ ਹੈ ਫਰ ਦੀ ਖੁਦ ਦੀ ਨਹੀਂ ਹੁੰਦੀ। ਇਹ ਇਨਸੂਲੇਸ਼ਨ ਕਿੱਥੋਂ ਹੁੰਦੀ ਹੈ ਜੀ? from the layer of air trapped within the fur, ਫਰ ਦੇ ਵਿੱਚ ਜਿਹੜੀ ਹਵਾ ਟ੍ਰੈਪ ਹੁੰਦੀ ਆ ਉਹਦੇ ਵਿੱਚੋਂ ਹੀ ਇਨਸੂਲੇਸ਼ਨ ਹੁੰਦੀ ਆ। ਆਪਣਾ ਕੁਐਸਚਨ ਕੀ ਸੀਗਾ ਜੀ, ਕਿ ਜਿਹੜੀ ਹਵਾ ਟ੍ਰੈਪ ਹੋਈ ਵੀ ਆ ਉਹ ਇੱਕ ਗੁੱਡ ਇਨਸੂਲੇਟਰ ਕਿਉਂ ਆ ਜੀ? ਇਹਦਾ ਆਨਸਰ ਕੀ ਹੈ ਜੀ? ਕੁਐਸਚਨ ਆਪਣਾ ਕੀ ਸੀਗਾ? ਕੁਐਸਚਨ ਆਪਣਾ ਸੀਗਾ ਕਿ ਜਿਹੜੀ ਟ੍ਰੈਪਡ ਹਵਾ ਵਾ ਇਹ ਗੁੱਡ ਇਨਸੂਲੇਟਰ ਕਿਉਂ ਆ? ਰੀਜ਼ਨ ਕੀ ਹੈ ਜੀ? ਚਲੋ ਜਾ ਕੇ ਪੜ੍ਹਦੇ ਜੀ, ਇਹਦਾ ਰੀਜ਼ਨ ਕੀ ਹੈ ਜੀ। ਕਹਿੰਦੇ ਜਿਹੜੀ ਹਵਾ ਹੁੰਦੀ ਹੈ ਨਾ ਜੀ, ਉਹ ਕਹਿੰਦੇ ਐਕਸਟ੍ਰੀਮਲੀ ਇਫੈਕਟਿਵ ਇਨਸੂਲੇਟਰ ਆ, which is the same as saying it is a poor conductor, which is the same as saying, ਜਿਹਨੂੰ ਕਹਿੰਦੇ ਸੇਮ ਕਿਹਾ ਜਾ ਸਕਦਾ ਵਾ ਬਈ ਇਹ ਪੂਰ ਕੰਡਕਟਰ ਹੈ ਜੀ। ਕਹਿੰਦੇ ਇਹਦਾ ਮਤਲਬ ਕਹਿੰਦੇ it has a very limited ability, ਇਹਦੇ ਵਿੱਚ ਜਿਹੜੀ ability ਹੈ ਜੀ ਉਹ ਬਹੁਤ ਲਿਮਿਟਡ ਹੁੰਦੀ ਆ, to conduct heat away from a warm surface, ਵਾਰਮ ਸਰਫੇਸ ਤੋਂ ਜਿਹੜੀ ਹੀਟ ਆ ਜੀ ਉਹਨੂੰ ਕੰਡਕਟ ਕਰਨਾ ਪੜਨ। ਤੇ ਇੱਥੇ ਇਹਨਾਂ ਨੇ ਕੀ ਲਿਖਿਆ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਜਿਹੜੀ ਹਵਾ ਹੁੰਦੀ ਆ ਉਹ ਇੱਕ ਬਹੁਤ ਵਧੀਆ ਇਨਸੂਲੇਟਰ ਆ, which is the same as saying, ਜਾਂ ਕਹਿੰਦੇ ਇਹਨੂੰ ਕੀ ਕਿਹਾ ਜਾ ਸਕਦਾ ਜੀ, ਇਹ ਇੱਕ ਕਹਿੰਦੇ ਪੂਰ ਕੰਡਕਟਰ ਹੈ ਜੀ। ਕਹਿੰਦੇ ਮਤਲਬ ਕਿ ਕਹਿੰਦੇ ਇਹਦੇ ਵਿੱਚ ਲਿਮਿਟਡ ਯਾਨੀ ਕਿ ਵੈਰੀ ਲਿਮਿਟਡ ਅਬਿਲਿਟੀ ਹੁੰਦੀ ਹੈ ਜੀ ਕੀ ਕਰਨ ਦੀ? ਕੰਡਕਟ ਕਰਨ ਦੀ। ਕਿਹੜੀ ਚੀਜ਼ ਨੂੰ ਕੰਡਕਟ ਕਰਨ ਦੀ? ਹੀਟ ਨੂੰ ਕੰਡਕਟ ਕਰਨ ਦੀ, ਵਾਰਮ ਸਰਫੇਸ ਤੋਂ ਦੂਰ। ਚਲੋ ਜਾ ਕੇ ਦੇਖਦੇ ਜੀ ਕੋਈ ਮੈਚ ਹੋਇਆ ਜੀ, ਜਾ ਕੇ ਦੇਖਦੇ ਕੀ ਕੋਈ ਮੈਚ ਹੋਇਆ ਉਧਰੋਂ ਜੀ। ਓਕੇ ਜੀ, ਕੀ ਕਹਿੰਦੇ ਜੀ,
ਇਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹ ਗੁੱਡ ਕੰਡਕਟਰ ਆ। ਪਹਿਲੀ ਗੱਲ ਤਾਂ ਜਦੋਂ ਹੀ ਇਹਨਾਂ ਨੇ ਇੱਧਰ ਲਿਖਿਆ ਨਾ ਇਹ ਗੁੱਡ ਕੰਡਕਟਰ ਆ ਤਾਂ ਮੈਂ ਤੁਹਾਨੂੰ ਬੈਕ ਲੈ ਚੱਲਦਾ ਫਿਰ ਉਸੇ ਹੀ ਪਲ ਇੱਧਰ ਇਹਨਾਂ ਨੇ ਲਿਖਿਆ ਪਿਆ ਜੀ ਇਹ ਤਾਂ ਹੈ ਹੀ ਪੂਅਰ ਕੰਡਕਟਰ। ਤਾਂ ਆਹ ਤਾਂ ਕੋਈ ਇੱਥੇ ਕੰਟਰੋਵਰਸੀ ਨਹੀਂ ਪੈਦਾ ਹੋ ਸਕਦੀ, ਇਹ ਤਾਂ ਸਿੱਧਾ ਹੀ ਆਪਣਾ ਇਹ ਤਾਂ ਲਿਸਟ ਵਿੱਚ ਹੀ ਬਾਹਰ ਹੋ ਗਿਆ ਆਪਣੀ ਚ। 에ਅਰ ਕਹਿੰਦੇ ਜੀ ਅੱਛਾ ਕਹਿੰਦੇ ਟ੍ਰੈਪਡ ਜਿਹੜੀ ਹਵਾ ਵਾ ਇਹ ਗੁੱਡ ਇਨਸੂਲੇਟਰ ਤਾਂ ਵਾ ਕਿਉਂਕਿ ਇਹ ਆਪਣੀ ਸਾਹ ਲੈਣ ਚ ਹੈਲਪ ਕਰਦੀ ਆ। ਮੈਨੂੰ ਕੁਝ ਇਦਾਂ ਦਾ ਹਾਲੇ ਤੱਕ ਨਹੀਂ ਦਿਖਿਆ ਜੀ ਉੱਤੇ। ਕਹਿੰਦੇ ਜੀ ਇਹ ਬੈਡ ਕੰਡਕਟਰ ਆ। ਬਿਲਕੁਲ ਜੀ, ਬੈਡ ਦਾ ਸਿਨੋਨਿਮ ਹੀ ਪੂਅਰ ਹੁੰਦਾ ਵਾ। ਕਿਹਦੀ ਜੀ? ਹੀਟ ਦੀ। ਬਿਲਕੁਲ ਜੀ, ਉਹਨਾਂ ਨੇ ਗਾਂ ਜਾ ਕੇ ਕਹਤੇ ਸੀ ਵੀ ਇਹਦੀ ਹੀਟ ਨੂੰ ਕੰਡਕਟ ਕਰਨ ਦੀ ਜਿਹੜੀ ਅਬਿਲਿਟੀ ਆ ਉਹ ਹੁੰਦੀ ਹੋਈ ਵੈਰੀ ਲਿਮਿਟਡ ਆ। ਵੈਰੀ ਲਿਮਿਟਡ, ਦੇਖੋ ਲਿਮਿਟਡ ਦਾ ਮਤਲਬ ਘੱਟ ਤੇ ਵੈਰੀ ਲਿਮਿਟਡ ਦਾ ਮਤਲਬ ਉਸ ਤੋਂ ਵੀ ਜ਼ਿਆਦਾ ਘੱਟ ਆ। ਤੇ ਆ ਤਾਂ ਪਰ 100% ਮੈਚ ਆ ਜੀ। ਹੁਣ ਆਪਾਂ ਲੌਕ ਨਹੀਂ ਕਰਾਂਗੇ, ਆਪਾਂ ਗਾਂ ਪੜਨਾ ਜੀ। ਕਹਿੰਦੇ ਜੀ ਇਹ ਹੀਟ ਨੂੰ ਸੋਖ ਲੈਂਦੀ ਆ ਤੇ ਕੋਲਡ ਨੂੰ ਵੀ ਸੋਖ ਲੈਂਦੀ ਆ ਬਹੁਤ ਵਧੀਆ ਤਰ੍ਹਾਂ। ਹਾਂਜੀ ਜੀ, ਮੈਨੂੰ ਨਹੀਂ ਲੱਗਦਾ ਇੱਥੇ ਕੋਈ ਕੰਟਰੋਵਰਸੀ ਪੈਦਾ ਹੋਊਗੀ। ਕਿਹੜਾ ਆਨਸਰ ਹੈ ਜੀ ਇਹਦਾ? ਸੀ ਹੈ ਸਰ। ਸੀ ਸਰ। ਆਨਸਰ ਕੀ ਹੈ ਜੀ? ਆ ਦੇਖੋ ਰੀਡਿੰਗ ਨਾ ਫਾਈਨਲ ਦੇ ਵਿੱਚ ਤੁਹਾਡੇ ਜੀ ਚਾਹੇ ਜਿੰਨਾ ਮਰਜ਼ੀ ਟਫ ਲੈ ਲਵੇ ਹੋਵੇ ਫਾਈਨਲ ਚ ਤੁਹਾਡੀਆਂ ਕਮ ਸੇ ਕਮ 2 ਆਪਸ਼ਨਾਂ, 2 ਨਹੀਂ ਤਾਂ 1 ਸਿੰਗਲ ਤਾਂ ਕੰਟਰਾਡਿਕਟ ਦੇ ਮਾਮਲੇ ਵਿੱਚ ਹੀ ਐਲੀਮੀਨੇਟ ਹੋ ਜਾਂਦੀ ਹੈ। ਹੁੰਦੀ ਹੈ ਨਾ ਡੇਲੀ ਬੇਸਿਸ ਤੇ। ਇੱਕ ਨੂੰ ਤਾਂ ਕੰਟਰਾਡਿਕਟ ਹੀ ਕਰ ਜਾਂਦੇ ਆ, ਉਹਦੇ ਤੇ ਤਾਂ ਇਹਨਾਂ ਮੱਥਾ ਮਾਰਨ ਦੀ ਵੀ ਨਹੀਂ ਲੋੜ ਪੈਂਦੀ ਤੇ ਪਿੱਛੇ 3 ਰਹਿ ਜਾਂਦੀਆਂ। 3 ਦੇ ਵਿੱਚੋਂ ਇੱਕ ਅੱਧੀ ਦੀ ਤਾਂ ਗੱਲ ਹੀ ਨਹੀਂ ਹੋਈ ਹੁੰਦੀ। ਜੇ ਤੁਸੀਂ ਗਾਂ ਜਾ ਕੇ ਦੇਖੋ ਹਾਂ ਕਿਤੇ ਹੀਟ ਤੇ ਕੋਲਡ ਲਿਖਿਆ ਹੋ ਸਕਦਾ ਦੋਨਾਂ ਜਗ੍ਹਾ ਤੇ, ਬਟ ਹੋ ਸਕਦਾ ਬਰੀਥ ਦੀ ਗੱਲ ਨਾ ਹੋਈ ਹੋਵੇ। ਤੇ ਜੇ ਦੋਨਾਂ ਦੀ ਗੱਲ ਹੋਈ ਵੀ ਹੋਈ, ਮੰਨ ਕੇ ਚੱਲੋ ਹੋਈ ਵੀ ਆ, ਉਹ ਲਾਈਨਾਂ ਹੀ ਹੋਰ ਐਕਚੁਅਲ ਦੇ ਵਿੱਚ ਉਹ ਗੱਲਾਂ ਹੀ ਹੋਰ ਕਰੀ ਜਾਂਦੇ ਆ। ਤਾਂ ਇਹ ਆਪਣਾ ਕੀ ਹੋ ਗਿਆ ਜੀ? ਸੀ ਆਪਣਾ ਲੌਕ ਹੋ ਗਿਆ। ਅੱਗੇ ਚੱਲਦੇ ਆ, ਧਿਆਨ ਨਾਲ ਦੇਖਿਓ। ਸਰ ਉਹਨਾਂ ਨੇ ਗੁੱਡ ਇਨਸੂਲੇਟਰ ਨਹੀਂ ਪੁੱਛਿਆ ਸੀਗਾ। ਕਿਹੜਾ ਜੀ? ਜਿਵੇਂ ਉਹਨਾਂ ਨੇ ਪੁੱਛਿਆ ਸੀ ਵਾਈ ਇਜ਼ ਟ੍ਰੈਪਡ 에ਅਰ ਅ ਗੁੱਡ ਇਨਸੂਲੇਟਰ। ਤੇ ਗਾਂ ਜਾ ਕੇ ਉਹਨਾਂ ਨੇ ਐਗਜ਼ਾਮਪਲ ਦੇ ਕੇ ਸਮਝਾਇਆ ਨਾ ਜੀ ਆਪਾਂ ਨੂੰ ਇਦਾਂ ਹੋ ਕਿਉਂ ਰਿਹਾ ਵਾ। ਕਹਿੰਦੇ ਕਿਉਂਕਿ ਇਹ ਇੱਕ ਬੈਡ ਕੰਡਕਟਰ ਆ ਜਿਹੜਾ ਹੀਟ ਨੂੰ ਬਹੁਤ ਜਾਨੀ ਕਿ ਵੈਰੀ ਲਿਮਿਟਡ ਤਰੀਕੇ ਨਾਲ ਕੰਡਕਟ ਕਰਦਾ ਵਾ, ਤਾਂ ਹੀ ਇਹ ਰੀਜ਼ਨ ਆ ਵੀ ਇੱਕ ਗੁੱਡ ਇਨਸੂਲੇਟਰ ਹੈ ਜੀ। ਲੱਗਿਆ ਪਤਾ ਜੀ? ਹਾਂਜੀ ਠੀਕ ਹੈ। ਦੇਖਿਓ ਜੀ, ਕੁਐਸਚਨ ਥੋੜਾ ਲੌਂਗ ਆ, ਧਿਆਨ ਨਾਲ ਦੇਖਿਓ ਜੀ। ਪਰ ਕੰਡੀਸ਼ਨਲ ਸੈਂਟੈਂਸ ਪਾਇਆ ਪਿਆ, ਇਹਦਾ ਮਤਲਬ ਮੈਨੂੰ ਤਾਂ ਸਮਝਣਾ ਹੀ ਬਹੁਤ ਸੌਖਾ ਜੀ। ਕੰਡੀਸ਼ਨਲ ਸੈਂਟੈਂਸ ਹੀ ਪਾਇਆ ਪਿਆ ਜੀ, ਕੋਈ ਔਖੀ ਗੱਲ ਨਹੀਂ ਇਹਦੇ ਵਿੱਚ। ਜੇ ਕਹਿੰਦੇ ਟੈਂਪਰੇਚਰ, ਟੈਂਪਰੇਚਰ ਕਿਹੜਾ? ਟਿਪ ਆਫ ਦਾ ਫਰ ਦੀ ਜਿਹੜੀ ਟਿਪ ਉੱਪਰ ਜਿਹੜਾ ਟੈਂਪਰੇਚਰ ਹੁੰਦਾ ਕਿਹਦੇ ਜੀ? ਆਹ ਵਾਲੀ ਫੋਕਸ ਦੇ। ਜੇ ਕਹਿੰਦੇ -10 ਡਿਗਰੀ ਸੈਲਸੀਅਸ ਹੋ ਜੇ, ਧਿਆਨ ਨਾਲ ਦੇਖਿਓ ਜੀ, ਇਹਨਾਂ ਨੇ ਫੋਕਸ ਚੱਕਿਆ। ਫੋਕਸ ਤੁਹਾਨੂੰ ਪਤਾ ਕੀ ਹੁੰਦਾ ਜੀ? ਇੱਕ ਐਨੀਮਲ ਹੈ ਜੀ। ਫੋਕਸ ਦੀ ਫਰ ਦੇ ਉੱਪਰ, ਫਰ ਦੀ ਟਿਪ ਦੇ ਉੱਪਰ ਜੇ ਟੈਂਪਰੇਚਰ ਕਿੰਨਾ ਹੋ ਜੇ ਜੀ? -10 ਡਿਗਰੀ, ਤਾਂ ਜਿਹੜਾ ਟੈਂਪਰੇਚਰ ਆ ਕਿਹਦੇ ਤੇ? ਸਰਫੇਸ ਆਫ ਸਕਿਨ ਤੇ। ਸਕਿਨ ਕਿਹਦੀ ਗੱਲ ਕਰ ਰਿਹਾ? ਸਕਿਨ ਵੀ ਤਾਂ ਹੁੰਦੀ ਹੋਈ ਹੋਊਗੀ। ਵਿਲ ਬੀ ਕਲੋਜ਼ਰ ਟੂ ਡੈਸ਼। ਕਹਿੰਦੇ ਜੀ ਜੇ ਇਹਦੀ ਫਰ ਦੀ ਜਿਹੜੀ ਟਿਪ ਵਾਲਾ ਜਿਹੜਾ ਟੈਂਪਰੇਚਰ ਆ ਉਹ -10 ਡਿਗਰੀ ਸੈਲਸੀਅਸ ਹੋ ਜੇ ਤਾਂ ਇਹਦੀ ਸਕਿਨ ਦਾ ਟੈਂਪਰੇਚਰ ਕਿਹਦੇ ਕਲੋਜ਼ ਪਹੁੰਚ ਜਾਊਗਾ? ਜਸਟ ਦੇਖ ਕੇ ਆਉਣਾ ਆਪਾਂ ਜਾ ਕੇ। ਮੈਥਮੈਟੀਕਲ ਡਿਜਿਟਾਂ ਜੀ ਸਾਰੀਆਂ, ਤੁਸੀਂ ਧਿਆਨ ਨਾਲ ਜਾ ਕੇ ਦੇਖੋ ਤਾਂ ਸਾਰੀਆਂ ਮੈਥਮੈਟੀਕਲ ਡਿਜਿਟਸ ਆ ਜੀ। ਪਰ ਇਹਦੇ ਵਿੱਚ ਹੁਣ ਥੋੜਾ ਟ੍ਰੈਪ ਰਚਿਆ ਪਿਆ ਉਹਨਾਂ ਨੇ ਜੀ। ਇਹਦੇ ਵਿੱਚ ਵੀ ਫਰਦਰ ਥੋੜਾ ਜਿਹਾ ਟ੍ਰੈਪ ਆ ਜੀ। ਹਾਫ ਤੋਂ ਜ਼ਿਆਦਾ ਸਟੂਡੈਂਟ ਨੇ ਗਲਤ ਕਰਤਾ ਇਹਦਾ। ਪਹਿਲਾਂ ਸਹੀ ਲਾਇਆ ਸੀਗਾ, ਬਾਅਦ ਚੋਂ ਗਲਤ ਕਰਤਾ ਜੀ। ਜਦੋਂ ਤੁਸੀਂ ਕਹਿੰਦੇ ਹੋ ਕਿ ਸਰ ਮੈਂ ਪਹਿਲੀ ਵਾਰੀ ਸਹੀ ਲਾ ਦਿੰਦਾ ਵਾ, ਬਾਅਦ ਚੋਂ ਗਲਤ ਕਰ ਲੈਣਾ, ਇਹ ਉਹ ਸੇਮ ਕੁਐਸਚਨ ਹੈ ਜੀ। ਸੇਮ ਕੁਐਸਚਨ ਹੈ ਕਿ ਪਹਿਲੀ ਵਾਰੀ ਸਹੀ ਲਾਓਗੇ, ਦੂਜੀ ਵਾਰੀ ਉਹਨੂੰ ਗਲਤ ਕਰ ਦੋਗੇ ਆਪੇ ਹੀ। ਹਾਂਜੀ ਜੀ, ਕੀ ਕਿਹਾ ਜੀ ਇਹਨਾਂ ਨੇ? ਧਿਆਨ ਨਾਲ ਦੇਖਿਓ। ਆਹ ਪਿਆ ਜੀ -10 ਡਿਗਰੀ ਸੈਲਸੀਅਸ, ਠੀਕ ਹੈ ਜੀ। ਤੇ ਕੀ ਕਿਹਾ ਜੀ ਇਹਨਾਂ ਨੇ? ਧਿਆਨ ਨਾਲ ਦੇਖੋ, ਆਹ ਪਈ ਹੈ ਜੀ ਫੋਕਸ। ਜੇ ਕਹਿੰਦੇ ਫੋਕਸ ਜਾਂ ਵੋਲਫ, ਇਹਦਾ ਕਹਿੰਦੇ ਜੀ ਹਾਂਜੀ ਐਕਸਪੋਜ਼ਡ ਟੂ ਦਾ ਮਤਲਬ ਫੇਸ ਕਰੇ ਜੀ। ਇਹ ਕੀ ਫੇਸ ਕਰੇ ਜੀ? ਟੈਂਪਰੇਚਰ ਕਿੰਨਾ ਜੀ? -10 ਡਿਗਰੀ ਸੈਲਸੀਅਸ ਜੀ ਦਾ ਟੈਂਪਰੇਚਰ। ਟੈਂਪਰੇਚਰ ਹੈ ਕਿੱਥੇ ਆ? ਨੀਅਰ ਦਾ ਟਿਪ ਆਫ ਫਰ, ਉਹਦੀ ਗੱਲ ਹੀ ਕਰੀ ਜਾਂਦੇ ਆ ਜੀ। ਬਟ ਪਰ ਕਹਿੰਦੇ ਜੀ ਸਰਫੇਸ ਆਫ ਦਾ ਸਕਿਨ ਵਿਲ ਬੀ ਕਲੋਜ਼ਰ ਟੂ 30 ਡਿਗਰੀ, ਤਾਂ ਉਹ ਜਾ ਵੜੂਗਾ ਜੀ ਕਿੰਨਾ? 30 ਡਿਗਰੀ ਜੀ। ਬਿਲਕੁਲ ਜੀ। ਅਗਲੀ ਲਾਈਨ ਪੜਿਓ ਮਾੜੀ ਜੀ। ਦਿਸ ਰਿਪਰੈਜ਼ੈਂਟਸ, ਇਹਦੇ ਤੋਂ ਪਤਾ ਲੱਗਦਾ ਵਾ ਕਿ ਜਿਹੜਾ ਟੈਂਪਰੇਚਰ ਦਾ ਡਿਫਰੈਂਸ ਹੈ ਨਾ ਬਈ -10 ਡਿਗਰੀ ਸੈਲਸੀਅਸ
ਤੇ ਜਿਹੜਾ ਗਾਂ ਵਾਲਾ ਜਿਹੜਾ ਉਹਦਾ ਹੁਣ ਨਵਾਂ ਟੈਂਪਰੇਚਰ ਆ, ਇਹਦੇ ਵਿੱਚ ਜਿਹੜਾ ਫਾਸਲਾ ਵਾ ਉਹ ਕਹਿੰਦੇ ਜੀ 40 ਡਿਗਰੀ। 2 ਡਿਜਿਟ ਕ੍ਰੀਏਟ ਕਰ ਲਈਆਂ ਸਟੂਡੈਂਟਸ ਨੇ, ਕਈਆਂ ਨੇ ਬਿਨਾਂ ਗੱਲ ਤੋਂ ਕਰ ਲਈਆਂ ਤੇ ਕਈਆਂ ਨੂੰ ਹਲੇ ਵੀ ਪਤਾ ਵੀ ਜੇ ਗਾਂ 40 ਡਿਗਰੀ ਲਾਇਆ ਪਿਆ ਵਾ 30 ਆ ਕਿ 40 ਹੈ ਜੀ। ਇਹਨਾਂ ਦੋਨਾਂ ਡਿਜਿਟਸ ਦੇ ਵਿੱਚ ਜਾ ਕੇ ਕਨਫਿਊਜ਼ ਹੋ ਗਏ ਜੀ। ਜਦੋਂ ਉਧਰ ਜਾ ਕੇ ਚੈੱਕ ਕੀਤਾ ਤਾਂ ਇੱਥੇ ਹੁਣ 30 ਵੀ ਨਿਕਲੀ 40 ਵੀ ਨਿਕਲੀ। 10 ਤੇ ਤਾਂ ਕ੍ਰੋਸ ਹੀ ਮਾਰ ਦੋ ਨਾ, 10 ਤਾਂ ਆਉਂਦੀ ਇੱਥੋਂ ਵਾਲਾ ਜੀ, ਉਹ ਤਾਂ ਉਹਦੇ ਟਿਪ ਵਾਲਾ ਵਾ, ਇਹ ਤਾਂ ਆਪਾਂ ਕਾਹਤੋਂ ਲਾਵਾਂਗੇ ਜੀ। ਤੇ 35 ਮੈਨੂੰ ਲੱਭਿਆ ਨਹੀਂ ਉਧਰ, ਤਾਂ 2 ਇੱਥੇ ਡਿੱਕੇ ਪੈ ਗਏ ਜੀ। ਇਹਨੂੰ Sir, 30 degree. Sir 30 ਸੀ ਆ ਜੀ, ਉਹ ਤਾਂ ਉਹਨਾਂ ਦੋਨਾਂ ਦੇ ਵਿੱਚ ਸੀ, sir। ਡਿਫਰੈਂਸ ਆ। ਉਹ ਤਾਂ ਡਿਫਰੈਂਸ ਆ ਨਾ, ਬਿਲਕੁਲ ਆਨਸਰ ਸੀ ਆ। ਇੱਥੇ ਨਜਾਇਜ਼ ਗੱਲ ਤੋਂ ਕਈ ਬੱਚੇ ਬਾਅਦ ਚੋਂ ਗਲਤ ਕਰ ਦਿੰਦੇ ਸੀ ਨਹੀਂ ਨਜਾਇਜ਼ ਕਰਨਾ ਫਿਰ ਬਣਦਾ ਹੀ ਨਹੀਂ। ਸਮਝ ਲੱਗ ਗਈ ਨਾ ਜੀ। ਤੁਸੀਂ ਡਿਫਰੈਂਸ ਲੱਭਣ ਗਏ ਸੀ ਦੋਨਾਂ ਵਿੱਚ ਕਿ ਜਸਟ ਇਹ ਦੇਖਣ ਗਏ ਸੀ ਵੀ ਸਕਿਨ ਦਾ ਟੈਂਪਰੇਚਰ ਕਿੰਨਾ ਪਹੁੰਚ ਜਾਂਦਾ? ਆਪਾਂ ਇਹ ਦੇਖਣ ਗਏ ਸੀ ਸਕਿਨ ਦਾ ਟੈਂਪਰੇਚਰ ਕਿੰਨਾ ਪਹੁੰਚ ਜਾਂਦਾ। ਪਹਿਲਾਂ ਸਕਿਨ ਦਾ ਦੇਖਣ ਗਏ ਨਾ ਤੁਸੀਂ, ਅਗਲੀ ਲਾਈਨ 'ਚ ਤਾਂ ਡਿਫਰੈਂਸ ਲਿਖਿਆ ਪਿਆ ਜੀ। ਉਹ ਤਾਂ ਉਹਨਾਂ ਦੋਨਾਂ ਦਾ ਫਾਸਲਾ ਆਇਆ ਇੰਨਾ। ਉਹ ਤਾਂ ਫਾਸਲਾ ਉਹਨਾਂ ਦਾ ਹੁਣ ਜੇ ਹੁਣ ਬੱਚਿਆਂ ਨੇ ਕੀ ਕੀਤਾ, ਪਹਿਲਾਂ ਲਾਇਆ ਆ, ਬਾਅਦ ਚੋਂ ਕੀ ਕੀਤਾ, ਨਾਲ ਦੇ ਨੇ ਲਾਇਆ ਹੋਊ ਕਿਸੇ ਨੇ ਏ, ਤੇ ਉਹਨੇ ਕੱਟ ਕੇ ਆ ਉਹਦਾ ਆਪ ਵੀ ਆ ਕਰਤਾ ਜੀ। ਲੱਗਿਆ ਪਤਾ ਜੀ। ਇਹ ਹੁਣ ਫਾਈਨਲ 'ਚ ਏਦਾਂ ਵੀ ਕਈ ਵਾਰੀ ਹੋ ਜਾਂਦਾ ਕਿ ਨਾਲ ਦੇ ਜਿਹੜੇ 2-3 ਬੈਠੇ ਹੁੰਦੇ ਉਹ ਬਾਹਲੇ ਇੰਟੈਲੀਜੈਂਟ ਹੁੰਦੇ ਆ, ਉਹ ਦੋ ਤੋਂ ਪੁੱਛਦਾ ਵੀ ਤੂੰ ਕਿਹੜਾ ਲਾਇਆ, ਉਹ ਕਹਿੰਦੇ ਜੀ ਏ ਆ। ਬਾਅਦ ਚ ਉਧਰੋਂ ਖੱਬੇ ਪਾਸੇ ਵੈਰੀਫਾਈ ਕਰਦੇ ਕੀ ਹੈ ਜੀ, ਉਹ ਕਹਿੰਦਾ ਜੀ ਏ ਆ। ਖੁਦ ਦਾ ਸੀ ਲਾਇਆ ਤੇ ਦੋ ਤੇ ਕ੍ਰਾਸ ਕਰਕੇ ਏ ਲਾਏ। ਲੱਗਿਆ ਪਤਾ ਜੀ। ਫਾਈਨਲ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਹੋਣੀਆਂ ਨਾਰਮਲ ਜੀ ਗੱਲ ਹੈ। ਇੱਕ ਤੁਹਾਨੂੰ ਟਰੂ ਲੱਗ ਰਿਹਾ ਵਾ, ਤੁਹਾਡੇ ਅੱਗੇ ਤੇ ਪਿੱਛੇ ਵਾਲੇ ਨੂੰ ਫਾਲਸ ਲੱਗ ਰਿਹਾ ਜੀ। ਹੁਣ 2 ਹੀ ਆਪਸ਼ਨ ਆ ਜੀ, ਜਾਂ ਤਾਂ ਦੋਵਾਂ ਬੰਦਿਆਂ ਦੀ ਗੱਲ ਸੁਣ ਲਓ, ਜਾਂ ਜਿਹੜਾ ਤੁਸੀਂ ਲੱਭਿਆ ਫਿਰ ਉਹ ਸਹੀ ਹੋ ਸਕਦਾ। ਠੀਕ ਹੈ ਨਾ। ਹਾਂਜੀ ਅੱਗੇ ਚੱਲਦੇ ਹਾਂ ਜੀ, ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਜੀ। ਅਗਲਾ ਆਪਾਂ ਨੂੰ ਉਹਨਾਂ ਨੇ ਪੁੱਛਿਆ ਜਿਹੜੀ ਜੀ ਜਾਣੀ ਕਿ ਐਂਡੋਥਰਮ। ਚਲੋ ਜਾ ਕੇ ਦੇਖੀਏ ਕੀ ਹੈ ਜੀ ਐਂਡੋਥਰਮ। ਜਾ ਕੇ ਦੇਖਦੇ ਵੀ ਐਂਡੋਥਰਮ ਹੈ ਕੀ ਹੈ ਜੀ। ਤਾਂ ਇੱਥੇ ਆਪਣੇ ਕੋਲੇ ਐਂਡੋਥਰਮ ਨੈਕਸਟ ਪੇਜ ਤੇ ਚੱਲਦੇ ਹਾਂ ਜੀ। ਹਾਂਜੀ ਐਂਡੋਥਰਮ ਆ ਪਿਆ ਜੀ ਆਪਣੇ ਕੋਲ ਅਗਲੇ ਪੈਰੇ 'ਚ ਐਂਡੋਥਰਮ ਆ ਪਿਆ ਜੀ। ਠੀਕ ਹੈ, ਤਾਂ ਜਾ ਕੇ ਦੇਖਦੇ ਜੀ ਹੁਣ ਐਂਡੋਥਰਮ ਹੈ ਕੀ ਹੈ ਜੀ। ਚਲੋ ਜੀ ਇਹ ਲਾਈਨ ਹੀ ਪੜ੍ਹਦੇ ਹਾਂ ਆਪਾਂ ਜੀ। ਆਵੇ ਮੀਨਿੰਗ ਵੀ ਲਿਖਿਆ ਪਿਆ ਜੀ ਇਹਨਾਂ ਦਾ ਕਿਤੇ ਨਾ ਕਿਤੇ ਨਾਲ ਹੀ ਜੀ। ਤੇ ਕੀ ਕਹਿੰਦੇ ਦੇਖਿਓ ਜੀ, ਅਨਲਾਈਕ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਹਿੰਦੇ ਐਂਫੀਬੀਅਨਸ ਦੇ ਵਾਂਗੂ ਨਹੀਂ ਕਹਿੰਦੇ। ਰੈਪਟਾਈਲਸ ਤੇ ਜਿਹੜੀਆਂ ਅਦਰ ਕਲਾਸਿਸ ਆ ਨਾ ਕਹਿੰਦੇ ਦੇ ਆਰ ਐਂਡੋਥਰਮਸ, ਉਹ ਤਾਂ ਕਹਿੰਦੇ ਐਂਡੋਥਰਮਸ ਆ। ਇਹਦਾ ਮਤਲਬ ਕੀ ਨਿਕਲਿਆ, ਜਿਹੜੇ ਐਂਫੀਬੀਅਨਸ ਹੁੰਦੇ ਆ ਉਹ ਐਂਡੋਥਰਮ ਨਹੀਂ ਹੁੰਦੇ। ਯੈਸ ਔਰ ਨੋ, ਆਹੀ ਹੈ ਨਾ ਮਤਲਬ ਹੈ ਵਰਡ ਦਾ ਜੀ। ਇਹਨਾਂ ਦੇ ਵਾਂਗੂ ਨਹੀਂ ਕਹਿੰਦੇ। ਜਿਹੜੇ ਰੈਪਟਾਈਲ ਤੇ ਆ ਹੁੰਦੇ ਆ ਇਹ ਕਹਿੰਦੇ ਐਂਡੋਥਰਮ ਹੁੰਦੇ ਆ। ਇਹਦਾ ਮਤਲਬ ਆ ਐਂਡੋਥਰਮ ਨਹੀਂ ਸੀਗਾ। ਇੱਥੇ ਕਿ ਟਰੂ ਫਾਲਸ ਡਿਜ਼ਾਈਨ ਹੋ ਜਾਂਦਾ ਫਾਈਨਲ 'ਚ। ਮੀਨਿੰਗ ਦੇ, ਹੁਣ ਇੱਥੇ ਜੀ ਦੇ ਕਿਹਦੇ ਲਈ ਲਾ ਰਹੇ ਆ? ਬਿਲਕੁਲ ਜੀ ਆ ਜਿਹੜੀਆਂ 2 ਕੈਟਾਗਰੀਆਂ ਜਿਨ੍ਹਾਂ ਤੇ ਗੱਲ ਕਰੀ ਜਾਂਦੀ ਜੀ, ਉਹਨੂੰ ਤਾਂ ਬਾਹਰ ਕੱਢਤਾ ਨਾ ਇਹਨਾਂ ਨੇ, ਐਕਸਕਲੂਡ ਕਰਤਾ ਜੀ ਉਹਨੂੰ। ਤਾਂ ਪਹਿਲਾਂ ਵਾਲੀ ਕੈਟਾਗਰੀ ਨੂੰ ਤਾਂ ਉਹਨਾਂ ਨੇ ਲਿਸਟ ਵਿੱਚੋਂ ਬਾਹਰ ਕੱਢਿਆ ਕਿ ਇਹਨਾਂ ਦੇ ਵਾਂਗੂ ਨਹੀਂ। ਆ ਜਿਹੜੀਆਂ ਕਹਿੰਦੇ ਦੋਨੇ ਕੈਟਾਗਰੀਆਂ ਜੀ ਹੋਰ ਕਲਾਸਾਂ ਤੇ ਇਹ ਵਾਲੇ, ਇਹ ਜੀ ਕਹਿੰਦੇ ਐਂਡੋਥਰਮਾ। ਮੀਨਸ ਕਹਿੰਦੇ ਇਹ ਕਹਿੰਦੇ ਕੈਨ ਜਨਰੇਟ देयर ਓਨ ਬੋਡੀ ਹੀਟ। ਇਹ ਖੁਦ ਦੀ ਬੋਡੀ ਵਿੱਚ ਹੀਟ ਖੁਦ ਹੀ ਜਨਰੇਟ ਕਰ ਸਕਦੇ ਆ। ਇਹ ਕਹਿੰਦੇ ਇੱਕ ਹੋਰ ਕਰੈਕਟਰਿਸਟਿਕ ਆ। ਕਰੈਕਟਰਿਸਟਿਕ ਹੁੰਦਾ ਗੁਣ, ਲਿਖ ਲਓ ਜੀ। ਇਹ ਕਹਿੰਦੇ ਜੀ ਇੱਕ ਹੋਰ ਗੁਣ ਆ ਮੈਮਲਸ ਦਾ। ਚਲੋ ਜਾ ਕੇ ਦੇਖ ਕੇ ਆਉਂਦੇ ਜੀ। ਇੱਥੇ ਗਾਂ ਦੇ ਕੇ ਕਿਹਦੀ ਗੱਲ ਹੋਣ ਲੱਗੀ? ਫੌਕਸ ਦੀ ਗੱਲ ਹੋਣ ਲੱਗੀ ਜੀ। ਆਪਾਂ ਕੀ ਦੇਖਣਾ ਆ? ਆਪਾਂ ਦੇਖਣਾ ਹੈ ਕਿ ਐਂਡੋਥਰਮਿਕ ਕੀ ਹੁੰਦੇ ਆ ਜੀ। ਆਨਸਰ ਮਿਲ ਗਿਆ ਆਪਾਂ ਨੂੰ, ਐਂਡੋਥਰਮਿਕ ਕੌਣ ਹੈ ਜੀ। ਚਲੋ ਜਾ ਕੇ ਦੇਖੀਏ। ਐਂਡੋਥਰਮ ਕਹਿੰਦੇ ਜੀ ਇਹ ਕਹਿੰਦੇ ਐਨੀਮਲ ਆ ਜੀ that can generate, ਜਿਹੜਾ ਜੀ ਹੀਟ ਜਨਰੇਟ ਕਰ ਸਕਦਾ ਆਪਣੀ ਬੋਡੀ ਦੇ ਵਿੱਚ ਆਪੇ। ਤਾਂ ਇਹ ਕੀ ਹੈ ਜੀ 100% ਕਲੋਜ਼। ਅੱਗੇ ਇਹ ਕਹਿੰਦੇ ਜੇ ਕਿ ਐਨੀਮਲ ਆ ਜੀ that cannot, ਆ ਤਾਂ ਵੈਸੀ ਬੱਚਿਆਂ ਦੀ ਗੱਲ ਕਰਕੇ ਇੰਨਾ ਸੌਖਾ ਕੇਰੀ ਨਹੀਂ ਹੁੰਦਾ ਫਾਈਨਲ ਦੇ ਵਿੱਚ। ਕਹਿੰਦੇ ਜੀ ਇਹ ਇੱਕ ਐਨੀਮਲ ਹੈ ਜੀ ਕਹਿੰਦੇ that never gets cold, ਜਿਹਨੂੰ ਕਦੇ ਕੋਲਡ ਹੀ ਨਹੀਂ ਹੁੰਦਾ ਜੀ। ਇਹ ਕਹਿੰਦੇ ਇੱਕ ਐਨੀਮਲ ਹੈ ਜੀ that has a special insulation, ਕਿਤੇ ਗੱਲ ਨਹੀਂ ਕੀਤੀ। ਸਭ ਤੋਂ ਸੌਖਾ ਸੀਗਾ ਜੀ ਇਹ 19 ਵਾਲਾ। ਬਾਕੀਆਂ ਦੇ ਵਿੱਚ ਜਾਣ ਕੇ 2 ਟਰੈਪ ਰਚੇ ਹੋਏ ਆ ਉਹਨਾਂ ਨੇ ਜਾਣਬੁੱਝ ਕੇ। ਆਹ ਸਭ ਤੋਂ ਸੌਖਾ ਸੀਗਾ ਜੀ ਇਹਦੇ ਵਿੱਚ। ਅੱਗੇ ਦੇਖਿਓ, ਕੋਈ ਡਾਊਟ ਨਹੀਂ ਇਹਦੇ ਵਿੱਚ, ਤਾਂ ਬਹੁਤ ਸੌਖਾ ਸੀ। ਕਲੀਅਰ ਹੈ ਸਰ? ਹਾਂਜੀ ਸਰ। ਹੁਣ ਦੇਖਣਾ ਜਾ ਕੇ ਕਿ ਆਹ ਦੋਨੇ ਆ ਜਿਹੜੇ ਜੀ
ਹੁਣ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ, ਤੁਹਾਡਾ ਕੁਐਸਚਨ ਇੱਕ ਜੀ, ਕੁਐਸਚਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਦੋ ਦੇਸ਼ਾਂ ਦੇ ਨਾਮ ਪਾਇਆ, ਚਾਈਨਾ ਐਂਡ ਇੰਡੀਆ। ਕੁਐਸਚਨ ਦੇ ਵਿੱਚ ਦੋਨੇ ਨਾਮ ਹੈ ਜੀ ਇਕੱਠੇ ਪਏ ਆ। ਤੁਹਾਡੇ ਕੋਲੇ ਪੈਰਾ ਲਿਖਿਆ ਪਿਆ ਜੀ, ਇੱਕ ਪੈਰੇ ਦੇ ਵਿੱਚ ਇੱਥੇ ਲਿਖਿਆ ਪਿਆ ਚਾਈਨਾ, ਤੇ ਦੋ ਤਿੰਨ ਲਾਈਨਾਂ ਛੱਡ ਕੇ ਇੱਥੇ ਲਿਖਿਆ ਪਿਆ ਜੀ ਇੰਡੀਆ, ਤੇ ਅੱਗੇ 4-5 ਲਾਈਨਾਂ ਛੱਡ ਕੇ ਇੱਕ ਲਾਈਨ ਆਈ ਆ, ਉਹਦੇ ਵਿੱਚ ਦੋਨਾਂ ਦੇ ਨਾਮ ਇਕੱਠੇ ਲਿਖੇ ਪਏ ਆ। ਤੁਸੀਂ ਸਭ ਤੋਂ ਪਹਿਲਾਂ ਲੋਕੇਸ਼ਨ ਕਿਹੜੀ ਲੱਭੋਗੇ, ਜਾਣੀ ਕਿ ਕਿਹੜੀ ਪੜੋਗੇ ਲਾਈਨ ਸਭ ਤੋਂ ਪਹਿਲਾਂ, ਜਿਨ੍ਹਾਂ ਵਿੱਚ ਕੱਲੇ ਨਾਮ ਲਿਖੇ ਕਿ ਜਿਹਦੇ ਵਿੱਚ ਇਕੱਠੇ ਨਾਮ ਲਿਖੇ? ਇਕੱਠੇ ਕਿਉਂਕਿ ਕੁਐਸਚਨ ਚ ਇਕੱਠੇ ਆਪਣੇ ਚ। ਹੁਣ ਜੇ ਮੈਂ ਤੁਹਾਨੂੰ ਆਨਸਰ ਦਵਾਂ ਤਾਂ ਆਹ ਆਪਾਂ ਪਹਿਲਾਂ ਵੀ ਨੋਟ ਕੀਤਾ ਸੀਗਾ, ਉਹ ਪੈਰੇ ਚ ਉੱਪਰ ਤੇ ਲਿਖਿਆ ਪਿਆ, ਗਾਂ ਜਾ ਕੇ ਇਹ ਦੋਨੇ ਇਕੱਠੇ ਪਏ ਆ, ਤਾਂ ਪਹਿਲਾਂ ਲਾਈਨ ਜਾ ਕੇ ਕਿਹੜੀ ਪੜੀਏ, ਕੱਲੇ ਵਾਲੀ ਕਿ ਇਕੱਠਿਆਂ ਵਾਲੀ? ਪਹਿਲਾਂ ਇਕੱਠਿਆਂ ਵਾਲੀ, ਕਿਉਂਕਿ ਇਕੱਠਿਆਂ ਵਾਲੀ ਪੜੋ ਨਾ ਪਹਿਲਾਂ। ਜੇ ਇਕੱਠਿਆਂ ਵਾਲੀ ਚੋਂ ਨਹੀਂ ਲੱਭਿਆ ਤੁਹਾਨੂੰ, ਫਿਰ ਆਸੇ ਪਾਸੇ ਜਾ ਵੜਾਂਗੇ ਆਪਾਂ ਜੀ। ਵੈਸੇ ਵੀ ਮੈਂ ਤੁਹਾਨੂੰ ਕਿਹਾ ਵਾ ਜੀ, ਜਦੋਂ ਜਿਹੜੀ ਲੋਕੇਸ਼ਨ ਤੁਸੀਂ ਇਹ ਪਹਿਲਾਂ ਐਕਸਪੈਕਟ ਕੀਤਾ ਸੀਗਾ ਜੀ, ਜਿਹੜਾ ਤੁਸੀਂ ਇਹ ਮੰਨਿਆ ਸੀ, ਇੱਕ ਤੁਹਾਨੂੰ ਹੋਪ ਸੀਗੀ ਵੀ ਆਹ ਲਾਈਨ 'ਚ ਆਨਸਰ ਹੋ ਸਕਦਾ ਵਾ, ਤੁਸੀਂ ਉੱਥੇ ਗਏ ਜੀ, ਤੁਸੀਂ ਉਹ ਲਾਈਨ ਪੜ੍ਹੀ, ਉਹ 'ਚੋਂ ਆਨਸਰ ਮਿਲਿਆ ਨਹੀਂ ਜੀ। ਹੁਣ ਤਾਂ ਕੋਈ ਦੂਸਰਾ ਵੇ ਹੀ ਹੈ ਨਹੀਂ ਜੀ, ਜਾਂ ਤਾਂ ਉੱਪਰ ਜਾ ਕੇ ਚੈੱਕ ਕਰੋ ਜਾਂ ਨੀਚੇ ਆ ਕੇ ਚੈੱਕ ਕਰੋ ਜੀ। ਕਈ ਵਾਰੀ ਸਿਚੁਏਸ਼ਨ ਏਦਾਂ ਦੀ ਪੈਦਾ ਹੋ ਜਾਂਦੀ ਆ ਕਿ ਕੁਝ ਕੁ ਚੀਜ਼ਾਂ ਕਰਨੀਆਂ ਪੈਂਦੀਆਂ ਜੀ, ਤਾਂ ਉਹ ਸਿਚੁਏਸ਼ਨ ਜੇ ਪੈਦਾ ਹੋ ਗਈ ਤਾਂ ਆਪਾਂ ਪੜ੍ਹ ਲਾਂਗੇ ਜੀ ਆਪਾਂ। ਹਾਂਜੀ, ਤਾਂ ਦੇਖੋ ਜੀ ਧਿਆਨ ਨਾਲ ਕੀ ਕਹਿੰਦੇ, ਕਹਿੰਦੇ ਜਿਹੜੇ ਜੀ ਥਰਮੋ ਰੈਗੂਲੇਸ਼ਨ ਤੇ ਫਰ ਆ, ਹੈਲਪ ਕਰਦੇ ਆ ਜੀ ਇਹ, ਕਹਿੰਦੇ ਕਿਹਨਾਂ ਦੀ? ਆਹ ਵਾਲੇ ਮੈਮਲਸ ਦੀ ਹੈਲਪ ਕਰਦੇ ਆ। ਚਲੋ ਜਾ ਕੇ ਦੇਖ ਕੇ ਆਈਏ ਜੀ ਕਿਵੇਂ ਹੈਲਪ ਕਰਦੇ, ਕੀ ਕਰਦੇ, ਕੀ ਪੁੱਛਿਆ ਜੀ ਉਹਨਾਂ ਨੇ, ਜਾ ਕੇ ਦੇਖਦੇ ਜੀ ਆਪਾਂ। ਤਾਂ ਆਪਣੇ ਕੋਲੇ ਆਹ ਵਾਲੀ ਲੋਕੇਸ਼ਨ ਆ ਜਿਹਦੇ ਵਿੱਚ ਦੋ ਇਕੱਠੇ ਨਾਮ ਲਿਖੇ ਪਏ ਸੀ। ਨੋ ਡਾਊਟ ਕਿ ਆਪਣੇ ਕੋਲੇ ਆਹ ਚੀਜ਼ ਲਿਖੀ ਪਈ ਆ, ਬਟ ਅੱਗੇ ਟੁਗੇਦਰ ਪਾ ਕੇ ਦੋਨੇ ਇਕੱਠੇ ਲਿਖੇ ਪਏ ਆ ਜੀ। ਚਲੋ ਪਹਿਲਾਂ ਇਹ ਪੜ੍ਹੀਏ, ਜੇ ਨਾ ਮਿਲਿਆ ਉੱਪਰ ਜਾ ਵੜਾਂਗੇ ਆਪਾਂ। ਟੁਗੇਦਰ ਥਰਮੋ ਰੈਗੂਲੇਸ਼ਨ ਤੇ ਫਰ ਮੇਕ ਬਣਾਉਂਦੇ ਆ ਜੀ ਆਹ ਵਾਲੀਆਂ ਮੈਮਲਸ ਨੂੰ। ਬਿਲਕੁਲ ਕੀ ਬਣਾਉਂਦੇ ਆ ਜੀ? ਪਰਫੈਕਟਲੀ ਇਕੁਇਪਡ, ਪੂਰਾ ਇਹਨਾਂ ਨੂੰ ਯੋਗ ਬਣਾ ਦਿੰਦੇ ਆ ਜੀ। ਹਾਂਜੀ, ਪਰਫੈਕਟਲੀ ਇਕੁਇਪਡ ਕੌਣ ਹੁੰਦਾ? ਜਿਹੜੇ ਬੰਦੇ ਕੋਲੇ ਪੂਰੇ ਡਿਵਾਈਸਸ, ਜੰਤਰ, ਵੈਪਨ ਪੂਰੇ ਆਪਣੀ ਸੇਫਟੀ ਦੇ ਲਈ ਹੈਗੇ ਆ। ਯਾਨੀ ਕਿ ਪਰਫੈਕਟਲੀ ਇਕੁਇਪਡ ਦਾ ਮਤਲਬ ਕੀ ਹੁੰਦਾ? ਜਿਹੜੇ ਬੰਦੇ ਕੋਲੇ ਪੂਰੀਆਂ ਚੀਜ਼ਾਂ ਹੈਗੀਆਂ ਵਾ ਜੀ, ਜਿਹਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ, ਸਿਕਿਉਰ ਆ ਜਿਹੜਾ ਪੂਰਾ। ਕਹਿੰਦੇ ਜੀ ਇਹ ਦੋਨੇ ਚੀਜ਼ਾਂ ਰਲ ਕੇ ਨਾ, ਥਰਮੋ ਰੈਗੂਲੇਸ਼ਨ ਤੇ ਫਰ, ਇਹ ਦੋਨੇ ਚੀਜ਼ਾਂ ਰਲ ਕੇ ਮੈਮਲਸ ਨੂੰ ਪਰਫੈਕਟਲੀ ਇਕੁਇਪਡ ਕਰ ਦਿੰਦੀਆਂ ਵਾ। ਕਾਹਦੇ ਲਈ? ਟੂ ਫੇਸ ਕਰਨ, ਯਾਨੀ ਕਿ ਇਹਨਾਂ ਨੂੰ ਪੂਰੀਆਂ ਸਿਕਿਉਰ ਕਰ ਦਿੰਦੀਆਂ। ਕੀ ਫੇਸ ਕਰਨ ਦੇ ਲਈ ਜੀ? ਟਫੈਸਟ ਕੰਡੀਸ਼ਨ। ਹੁਣ ਭਾਵੇਂ ਡਿਫਿਕਲਟ ਤੋਂ ਡਿਫਿਕਲਟ ਕੰਡੀਸ਼ਨ ਹੀ ਕਿਉਂ ਨਾ ਆ ਜੇ, ਦੇਰ ਦਾ ਆਰਟਿਕ ਕੈਨ ਥਰੋ ਐਟ them। ਆਹ ਤਾਂ ਇੱਕ ਜਗ੍ਹਾ ਦਾ ਨਾਮ ਸੀ, ਕੱਲਾ ਲਿਖਿਆ ਜੀ, ਆਪਾਂ ਸਟਾਰਟਿੰਗ 'ਚ ਹੀ ਪੜ੍ਹ ਲਿਆ। ਆਹ ਜਗ੍ਹਾ ਬਾਅਦ ਚੋਂ ਜਿਹੜੀ ਮਰਜ਼ੀ ਪ੍ਰੋਬਲਮ ਥਰੋ ਕਰ ਦੇਵੇ, ਕੋਈ ਚੱਕਰ ਨਹੀਂ ਜੀ। ਉਹ ਕਹਿੰਦੇ ਆ ਦੋਨੇ ਚੀਜ਼ਾਂ ਰਲ ਕੇ ਉਹਨਾਂ ਨੂੰ ਪਰਫੈਕਟਲੀ ਇਕੁਇਪਡ ਬਣਾ ਦਿੰਦੀਆਂ। ਚਲੋ ਜਾ ਕੇ ਦੇਖੀਏ ਜੀ ਆਪਾਂ, ਕੀ ਕੋਈ ਮੈਚ ਹੋਇਆ ਜੀ? ਹਾਂਜੀ, ਤੇ ਜਾ ਕੇ ਦੇਖਦੇ ਹਾਂ ਜੀ ਕੀ ਕੋਈ ਮੈਚ ਹੋਇਆ ਜੀ। ਤਾਂ ਪਹਿਲੀ ਗੱਲ ਜੀ, ਕਹਿੰਦੇ ਜੀ ਇਹ ਉਹਨਾਂ ਨੂੰ ਬਣਾ ਦਿੰਦੀਆਂ ਯੋਗ ਕੋਪ ਵਿਦ ਹੌਟ ਟੈਂਪਰੇਚਰ। ਮੈਂ ਤੁਹਾਨੂੰ ਕਹਿ ਰਿਹਾ ਜੀ, ਹੌਟ ਟੈਂਪਰੇਚਰ ਇੱਕ ਸਿੰਗਲ ਪ੍ਰੋਬਲਮ ਹੋ ਸਕਦੀ ਉੱਥੋਂ ਦੀ। ਰੀਡਿੰਗ ਨੇ ਇੱਕ ਸਿੰਗਲ ਪ੍ਰੋਬਲਮ ਨਹੀਂ ਕਿਹਾ। ਜੇ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂ ਨਾ ਉੱਥੇ, ਜੇ ਮੈਂ ਤੁਹਾਨੂੰ ਉੱਥੇ ਵਾਪਸ ਲੈ ਕੇ ਜਾਵਾਂ, ਤਾਂ ਉਹਨਾਂ ਨੇ ਕਿਹਾ ਸੀ ਜੀ ਟਫੈਸਟ ਕੰਡੀਸ਼ਨਸ। ਕੱਲੀਆਂ ਹੌਟ ਹੀ ਥੋੜੋ ਇਹਦੇ ਵਿੱਚ, ਫਿਰ ਤਾਂ ਜੇ ਬਹੁਤ ਕੋਲਡ ਵੀ ਹੋਇਆ ਇਹਨਾਂ ਨੇ ਫਿਰ ਵੀ ਸਕਿਆ, ਕਿਉਂਕਿ ਰੀਡਿੰਗ ਕਹਿੰਦੀ ਜੀ ਇਹਨਾਂ ਦੋਨਾਂ ਨੇ ਰਲ ਕੇ ਇਹਨਾਂ ਨੂੰ ਇੰਨਾ ਜ਼ਿਆਦਾ ਯੋਗ ਬਣਾ ਦੇਣਾ ਕਿ ਟਫੈਸਟ ਕੰਡੀਸ਼ਨਸ, ਨਾ ਕਿ ਇੱਕ ਸਿੰਗਲ ਕੰਡੀਸ਼ਨ। ਇੱਥੇ ਤਾਂ ਕੱਲੀ ਹਜੇ ਹੌਟ ਦੀ ਗੱਲ ਕਰੀ ਜਾਂਦੇ ਆ ਜੀ। ਤਾਂ ਇਹਨੂੰ ਮੈਂ ਇੱਕ ਪਲ ਲਈ ਕੀ ਕਰ ਲਿਆ ਜੀ, ਕ੍ਰੋਸ ਲਾਤਾ ਜੀ। ਕੱਲਾ ਹੌਟ ਲਈ ਥੋੜੀ ਬਣਾਉਂਦੇ ਜੀ ਉਹ। ਟਫੈਸਟ ਕੰਡੀਸ਼ਨ ਤਾਂ ਰੀਡਿੰਗ ਦੇ ਵਿੱਚ ਕੋਲਡੈਸਟ ਵੀ ਲਿਖੀ ਪਈ ਹੈ ਜੀ ਸਟਾਰਟਿੰਗ ਦੇ ਵਿੱਚ। ਕਹਿੰਦੇ ਜੀ ਪ੍ਰੋਟੈਕਟ ਦੈਮਸੈਲਵਸ, ਉਹ ਦੋਨੇ ਚੀਜ਼ਾਂ ਰਲ ਕੇ ਉਹਨਾਂ ਨੂੰ ਯੋਗ ਬਣਾ ਦਿੰਦੀਆਂ ਕਿ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਫਰੋਮ ਦਾ ਐਲੀਮੈਂਟ। ਐਲੀਮੈਂਟ ਦਾ ਮਤਲਬ ਕੀ ਹੁੰਦਾ ਜੀ? ਜਿਹੜੀਆਂ ਵਸਤੂਆਂ ਹੁੰਦੀਆਂ ਜੀ, ਮੰਨ ਕੇ ਚੱਲੋ ਚੀਜ਼ਾਂ ਹੁੰਦੀਆਂ। ਐਲੀਮੈਂਟ ਚੀਜ਼ਾਂ ਨੂੰ ਵੀ ਕਹਿ ਦਿੰਦੇ ਆ ਜੀ, ਐਲੀਮੈਂਟਸ ਚੀਜ਼ਾਂ ਨੂੰ ਵੀ ਕਹਿ ਦਿੰਦੇ ਆ। ਚਲੋ ਜੀ ਜਾ ਕੇ ਦੇਖੀਏ ਅਗਲਾ। ਜੇ ਮੈਂ ਦੇਖਾਂ ਤਾਂ ਦੋਨੇ ਕੰਮ ਕੀ ਕਰਦੀਆਂ ਸੀ? ਉਹਨਾਂ ਨੂੰ ਯਾਨੀ ਕਿ ਪ੍ਰੋਟੈਕਸ਼ਨ ਦੇਣ ਦਾ। ਤਾਂ ਆਪਾਂ ਇਹਨੂੰ ਮੰਨ ਲੈਂਦੇ ਕਿ 90% ਕਲੋਜ਼ ਹੈ ਜੀ। ਅੱਗੇ ਕੀ ਕਹਿੰਦੇ ਜੀ?
ਕਹਿੰਦੇ ਜੀ ਉਹ ਰੈਗੂਲੇਟ ਕਰ ਸਕਦੇ ਆ ਟੈਂਪਰੇਚਰ ਨੂੰ। ਕਿਹੜਾ ਟੈਂਪਰੇਚਰ? ਉਹਨਾਂ ਦੀ ਸਰਾਊਂਡਿੰਗ ਦਾ ਟੈਂਪਰੇਚਰ। ਅੱਛਾ, ਇਹ ਦੋਨੇ ਚੀਜ਼ਾਂ ਉਹਨਾਂ ਨੂੰ ਇਹ ਯੋਗ ਬਣਾ ਦਿੰਦੀਆਂ ਵੀ ਉਹ ਆਪਣੇ এনवायरमेंट ਦਾ ਟੈਂਪਰੇਚਰ ਵੀ ਰੈਗੂਲੇਟ ਕਰਨਾ ਸਿੱਖ ਜਾਂਦੇ। ਵੈਰੀਫਾਈ ਕਰਕੇ ਆਉਣਾ ਜੀ। ਹਾਲੇ ਤੱਕ ਤਾਂ ਮੈਨੂੰ ਜਮਾ ਨਹੀਂ ਲੱਗ ਰਿਹਾ ਜੀ। ਕਹਿੰਦੇ ਜੀ ਇੱਕ ਲੇਅਰ ਕ੍ਰੀਏਟ ਕਰ ਲੈਂਦੇ ਆ। ਕਾਹਦੀ ਜੀ? ਟ੍ਰੈਪਡ ਏਅਰ। ਇਹਦੇ ਵਿੱਚ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ, ਇਹ ਦੋਨੇ ਰਲ ਕੇ। ਚਲੋ ਜੀ ਜਾ ਕੇ ਦੇਖ ਕੇ ਆਉਂਦੇ ਆਪਾਂ। ਇਹ ਦੋਨੇ ਰਲ ਕੇ ਕੀ ਕਰਦੀਆਂ ਜੀ? ਉੱਪਰ ਵਾਲਿਆਂ 'ਚ ਦੇਖੀਏ, ਜਿੱਥੇ ਉਹ ਕੱਲਾ ਲਿਖਿਆ ਸੀਗਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ। ਵੈਸੇ ਦੀ ਕੱਲੇ ਦੀ ਗੱਲ ਕੀਤੀ ਆ, ਇੱਥੋਂ ਵਾਲੀ ਚੀਜ਼ ਮੰਨੀ ਨਹੀਂ ਜਾਊਗੀ ਕਿਉਂਕਿ ਹਲੇ ਇਹਦੇ ਨਾਲ ਫਰ ਨਹੀਂ ਨਾ ਆ ਕੇ ਰਲੀਗੀ। ਹੁਣ ਇੱਥੇ ਲਿਖਿਆ ਪਿਆ, ਮੰਨ ਕੇ ਚੱਲੋ ਆਹ ਲਾਈਨ ਵਿੱਚ ਜਿਹੜਾ ਕੰਮ ਕੀਤਾ ਵਾ ਉਹ ਕੱਲੇ ਥਰਮੋ ਰੈਗੂਲੇਸ਼ਨ ਨੇ ਕੀਤਾ ਵਾ, ਉਹ ਆਪਾਂ ਥੋੜੀ ਲਾਵਾਂਗੇ ਜੀ। ਕਿਉਂ? ਕਿਉਂਕਿ ਨਾਲ ਫਰ ਦਾ ਵੀ ਤਾਂ ਯੋਗਦਾਨ ਚਾਹੀਦਾ ਨਾ, ਉਹ ਅਗਲੀ ਲਾਈਨ ਦੇ ਵਿੱਚ ਲਾਇਆ ਪਿਆ ਜੀ। ਪਰ ਜ਼ਰੂਰ ਲੈਂਦੇ ਆਪਾਂ ਇਹਨਾਂ ਨੂੰ। ਕੀ ਕਹਿੰਦੇ ਜੀ? ਐਕਸਟਰਨਲ ਕੰਡੀਸ਼ਨਸ। ਅੱਛਾ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜਿਹੜੇ ਇਹ ਮੈਮਲ ਆ ਜੀ ਕੈਨ ਰੈਗੂਲੇਟ ਕਰ ਸਕਦੇ ਆ ਖੁਦ ਦੀ ਬੋਡੀ ਦਾ ਟੈਂਪਰੇਚਰ, ਕਰ ਸਕਦੇ ਆ ਜੀ ਇਹ ਇੰਡੀਪੈਂਡੈਂਟ ਆਫ ਐਕਸਟਰਨਲ ਨੂੰ ਨਹੀਂ ਕਰ ਸਕਦੇ, ਖੁਦ ਦਾ। ਤੇ ਜਿਹੜੀ ਆਪਸ਼ਨ ਤੇ ਮੈਨੂੰ ਸ਼ੱਕ ਸੀਗਾ ਉਹ ਤਾਂ ਵੈਸੇ ਹੀ ਹੁਣ ਇੱਥੋਂ ਰਿਮੂਵ ਹੋ ਗਈ ਜੀ। ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਇਹ ਸਰਾਊਂਡਿੰਗ ਦਾ ਟੈਂਪਰੇਚਰ ਥੋੜੀ ਰੈਗੂਲੇਟ ਕਰਦੇ ਆ ਜੀ, ਇਹ ਤਾਂ ਖੁਦ ਦੀ ਬੋਡੀ ਦਾ ਕਰਦੇ ਆ। ਆਹ ਕੱਟੀ ਗਈ ਜੀ ਇੱਥੋਂ। ਹਲੋ ਜੀ, ਤਾਂ ਤੁਹਾਡੇ ਕੋਲੇ ਕੀ ਰਹਿ ਗਿਆ ਜੀ? ਆਹ ਵਾਲੀ ਚੀਜ਼ ਵੀ ਕੱਟੀ ਗਈ, ਡੀ ਵੀ ਕੱਟੀ ਗਈ ਜੀ। ਤੁਹਾਡੇ ਕੋਲੇ ਇੱਕ ਹੀ ਰਹਿ ਗਿਆ ਜੀ। ਹੁਣ ਤੁਹਾਡੇ ਕੋਲ ਦੋ ਰਹਿ ਗਏ, ਚਲੋ ਦੋ ਮੰਨ ਲਓ ਜੀ, ਏ ਤੇ ਬੀ। ਹਾਂਜੀ ਜੀ, ਕੀ ਲੱਗਦਾ ਜੀ ਤੁਹਾਨੂੰ? ਕੀ ਲੱਗਦਾ? ਬੀ ਨੰਬਰ ਵਾਲਾ ਜੀ? ਬੀ ਸਰ। ਬੀ ਨੰਬਰ ਵਾਲਾ ਜੀ। ਹਾਂਜੀ। ਐਲੀਮੈਂਟਸ ਕੋਈ ਵੀ ਹੋ ਸਕਦੇ, ਪਰ ਐਲੀਮੈਂਟਸ ਉਹ ਇੱਕ ਤੋਂ ਜ਼ਿਆਦਾ। ਤੇ ਕੱਲੇ ਹੌਟ ਦਾ ਹੀ ਥੋੜੀ ਕਿਹਾ ਸੀ ਉਹਨਾਂ ਨੇ। ਹੌਟ ਤੇ ਤਾਂ ਉਹਨਾਂ ਨੇ ਪੂਰਾ ਜਾਨੀ ਕਿ ਪਾਰਟਿਕੂਲਰਲੀ ਉਹ ਸਪੈਸੀਫਿਕ ਕੀਤਾ ਹੀ ਨਹੀਂ ਦੋਨੇ ਲਾਈਨਾਂ ਦੇ ਵਿੱਚ। ਤਾਂ ਕਿਹੜਾ ਕਲੋਜ਼ ਆ ਜੀ ਫਿਰ? ਆਪਸ਼ਨ ਨੰਬਰ ਬੀ ਕਲੋਜ਼ ਆ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਧਿਆਨ ਰੱਖਿਓ ਜੀ ਸਾਰਿਆਂ ਨੇ, ਅੱਗੇ ਚੱਲਦੇ ਹਾਂ। ਹਾਂਜੀ।